ਸਤਿ ਸ੍ਰੀ ਅਕਾਲ। ਮੈਂ ਡਾਕਟਰ ਦਵਿੰਦਰ ਸਿੰਘ, ਪੰਜਾਬੀ ਵਿਭਾਗ, ਮੁਲਤਾਨੀ ਮਲ ਮੋਦੀ ਕਾਲਜ ਪਟਿਆਲਾ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਗੱਲ ਕਰਾਂਗੇ, ਵਿਚਾਰ ਚਰਚਾ ਕਰਾਂਗੇ ਭਾਰਤੀ ਕਾਵਿ ਸ਼ਾਸਤਰ ਦੇ ਮੁੱਖ ਸਿਧਾਂਤ ਰਸ ਸਿਧਾਂਤ ਬਾਰੇ। ਰਸਵਾਦੀ ਆਚਾਰੀਆਂ ਨੇ ਰਸ ਨੂੰ ਕਾਵਿ ਦੀ ਆਤਮਾ ਮੰਨਿਆ ਹੈ ਤੇ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਕਾਵਿ ਨੂੰ ਸਮਝਣ ਲਈ ਜਾਂ ਸਾਹਿਤ ਨੂੰ ਸਮਝਣ ਲਈ ਜੋ ਪ੍ਰਮੁੱਖ ਸਿਧਾਂਤ ਹਨ ਤੇ ਰਸ ਸਿਧਾਂਤ ਉਹਨਾਂ ਵਿੱਚੋਂ ਪ੍ਰਮੁੱਖ ਹੈ, ਜਿਸ ਨੂੰ ਰਸ ਸੰਪਰਦਾਇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਰਸ ਸਿਧਾਂਤ ਦਾ ਸਿਧਾਂਤਕਾਰ ਪ੍ਰਮੁੱਖ ਰੂਪ ਦੇ ਵਿੱਚ ਭਰਤ ਮੁਨੀ ਹੈ। ਭਰਤ ਮੁਨੀ ਨੇ ਆਪਣੇ ਗ੍ਰੰਥ ਨਾਟਯ ਸ਼ਾਸਤਰ ਵਿੱਚ ਇਸ ਸਿਧਾਂਤ ਦਾ ਉਲੇਖ ਕੀਤਾ ਹੈ। ਭਰਤ ਮੁਨੀ ਨੇ ਨਾਟਯ ਸ਼ਾਸਤਰ ਗ੍ਰੰਥ ਦੇ 6ਵੇਂ ਭਾਗ ਵਿੱਚ ਰਸ ਦਾ ਵਰਣਨ ਕੀਤਾ ਹੈ ਤੇ ਰਸ ਨਾਲ ਜਿਹੜੀ ਜੁੜੀ ਹੋਈ ਦੂਸਰੀ ਮਹੱਤਵਪੂਰਨ ਸਿਧਾਂਤ ਜਾਂ ਚੀਜ਼ ਹੈ ਉਹ ਹੈ ਭਾਵ। ਇਸ ਦਾ ਵਰਣਨ ਨਾਟਯ ਸ਼ਾਸਤਰ ਗ੍ਰੰਥ ਦੇ 7ਵੇਂ ਭਾਗ 'ਚ ਭਰਤ ਮੁਨੀ ਨੇ ਕੀਤਾ ਹੈ। ਰਸ ਬਾਰੇ ਭਰਤ ਮੁਨੀ ਤੋਂ ਇਲਾਵਾ ਬਾਅਦ ਵਿੱਚ ਆਉਣ ਵਾਲੇ ਆਚਾਰੀਆਂ ਨੇ ਬੜੇ ਵਿਸਥਾਰਪੂਰਵਕ ਚਾਨਣਾ ਪਾਇਆ ਹੈ, ਜਿਨ੍ਹਾਂ ਦੇ ਵਿੱਚੋਂ ਉਹਨਾਂ ਨੇ ਰਸ ਨੂੰ ਪਰਿਭਾਸ਼ਿਤ ਕਰਨ ਲਈ ਆਪਣੇ ਵਿਚਾਰ ਵੀ ਦਿੱਤੇ ਹਨ। ਅਭਿਨਵ ਗੁਪਤ ਦਾ ਵਿਚਾਰ ਹੈ, ਸੰਸਕ੍ਰਿਤ ਦੇ ਵਿੱਚ ਉਹਨਾਂ ਦਾ ਸੂਤਰ ਹੈ, ਰਸਨੈਨ ਸਰਵ ਜੀਵਤ ਕਾਵਿਅਮ। ਇਸ ਦਾ ਭਾਵ ਹੈ ਰਸ ਨਾਲ ਹੀ ਸਦਾ ਜਿਉਂਦੇ ਰਹਿਣ ਵਾਲੇ ਕਾਵਿ ਦੀ ਰਚਨਾ ਹੁੰਦੀ ਹੈ, ਜਾਂ ਸਦਾ ਜਿਉਂਦਾ ਰਹਿਣ ਵਾਲਾ ਕਾਵਿ ਰਸ ਨਾਲ ਹੀ ਬਣਦਾ ਹੈ। ਇਸ ਤੋਂ ਬਾਅਦ ਵਿਸ਼ਵਨਾਥ ਨੇ ਇਸ ਨੂੰ ਆਪਣੇ ਸੂਤਰ ਵਿੱਚ ਇਸ ਤਰ੍ਹਾਂ ਪਰੋਇਆ ਹੈ, ਵਾਕਿਅੰ ਰਸਾਤਮਕ ਕਾਵਿ, ਭਾਵ ਰਸਮਈ ਵਾਕ ਹੀ ਕਾਵਿ ਹੈ। ਪਿਆਰੇ ਵਿਦਿਆਰਥੀਓ, ਇਹ ਗੱਲ ਤੁਸੀਂ ਜਾਣਦੇ ਹੋਵੋਗੇ ਕਿ ਸੰਸਕ੍ਰਿਤ ਦੇ ਵਿੱਚ ਕਾਵਿ ਸ਼ਬਦ ਸਾਹਿਤ ਦੇ ਸਮਾਨ ਅਰਥੀ ਵਜੋਂ ਵਰਤਿਆ ਜਾਂਦਾ ਹੈ। ਇਸ ਲਈ ਜਿੱਥੇ ਵੀ ਕਾਵਿ ਸ਼ਬਦ ਆਉਂਦਾ ਹੈ ਉਸ ਦਾ ਭਾਵ ਕਵਿਤਾ ਦੇ ਨਾਲ ਨਾਲ ਸਮੁੱਚਾ ਸਾਹਿਤ ਤੋਂ ਵੀ ਲਿਆ ਜਾਂਦਾ ਹੈ। ਰਸ ਸਿਧਾਂਤ ਨੂੰ ਸੂਤਰਬੱਧ ਕਰਨ ਲਈ ਜਾਂ ਰਸ ਨੂੰ ਪਰਿਭਾਸ਼ਾਬੱਧ ਕਰਨ ਲਈ ਜਗਨਨਾਥ ਨੇ ਆਪਣਾ ਸੂਤਰ ਦਿੱਤਾ ਹੈ, ਰਮਣੀਆਰਥ ਪ੍ਰਤਿਪਾਦਕ ਕਾਵਿਅਮ। ਜੋ ਸੁੰਦਰ ਅਰਥ ਦੇਵੇ ਉਹੀ ਕਾਵਿ ਹੈ, ਭਾਵ ਸੁੰਦਰ ਅਰਥਾਂ ਵਾਲਾ, ਸੁੰਦਰ ਅਰਥ ਦੇਣ ਵਾਲਾ ਸਾਹਿਤ ਹੀ ਕਾਵਿ ਹੈ। ਇਸ ਤਰ੍ਹਾਂ ਵੱਖ-ਵੱਖ ਆਚਾਰੀਆਂ ਨੇ ਰਸ ਸੰਬੰਧੀ ਆਪਣੇ ਵਿਚਾਰ ਪ੍ਰਗਟਾਏ ਹਨ। ਭਾਵੇਂ ਕਿ ਰਸ ਸਿਧਾਂਤ ਨੂੰ ਖੋਲ੍ਹਣ ਲਈ ਜਾਂ ਰਸ ਸਿਧਾਂਤ ਦੀ ਵਿਆਖਿਆ ਕਰਨ ਲਈ ਇਹਨਾਂ ਆਚਾਰੀਆਂ ਦੇ ਵਿਚਾਰ ਆਪਸ ਦੇ ਵਿੱਚ ਟਕਰਾਉਂਦੇ ਵੀ ਹਨ, ਪਰ ਇੱਕ ਗੱਲ ਉੱਪਰ ਸਾਰੇ ਸਹਿਮਤ ਹਨ ਕਿ ਕਾਵਿ ਦੇ ਵਿੱਚ ਰਸ ਹੋਣਾ ਜ਼ਰੂਰੀ ਹੈ। ਰਸ ਹੀ ਕਾਵਿ ਦੀ ਆਤਮਾ ਹੈ। ਕਾਵਿ ਦੀ ਆਤਮਾ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਬੜਾ ਪ੍ਰਸਿੱਧ ਸਿਧਾਂਤ ਜਾਂ ਕਥਨ ਹੈ। ਕਾਵਿ ਦੀ ਆਤਮਾ ਉਸ ਪ੍ਰਾਣ ਤੱਤ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਸਾਹਿਤ ਜਾਂ ਕਾਵਿ ਬਣਦਾ ਹੈ, ਜਿਸ ਦੀ ਅਣਹੋਂਦ ਵਿੱਚ ਕਿਸੇ ਲਿਖਤ ਨੂੰ ਸਾਹਿਤ ਜਾਂ ਕਾਵਿ ਨਹੀਂ ਮੰਨਿਆ ਜਾ ਸਕਦਾ। ਰਸ ਸਿਧਾਂਤ ਦੇ ਸਾਰੇ ਸਿਧਾਂਤਕਾਰਾਂ ਨੇ ਰਸ ਨੂੰ ਹੀ ਕਾਵਿ ਦੀ ਆਤਮਾ ਮੰਨਿਆ ਹੈ। ਤੇ ਹੁਣ ਅਸੀਂ ਗੱਲ ਕਰਾਂਗੇ ਰਸ ਦੇ ਸ਼ਬਦੀ ਅਰਥ ਬਾਰੇ। ਰਸ ਸ਼ਬਦ ਦੀ ਵਰਤੋਂ ਭਾਰਤ ਵਿੱਚ ਆਦਿ ਕਾਲ ਤੋਂ ਹੀ ਮਿਲਦੀ ਹੈ। ਸੰਸਕ੍ਰਿਤ ਵਿਆਕਰਣ ਅਨੁਸਾਰ ਉਹ ਭਾਵ ਜਾਂ ਪਦਾਰਥ ਜਿਸ ਤੋਂ ਕੋਈ ਸਵਾਦ ਜਾਂ ਆਨੰਦ ਪ੍ਰਾਪਤ ਹੋਵੇ ਉਹ ਰਸ ਹੈ। ਰਸ ਦਾ ਸਹਿਜ ਸਧਾਰਨ ਅਰਥ ਤਰਲ ਪਦਾਰਥ ਹੈ। ਜਿਵੇਂ ਕਿ ਅਸੀਂ ਆਮ ਜ਼ਿੰਦਗੀ ਵਿੱਚ ਆਮ ਰੋਜ਼ਾਨਾ ਵਰਤੋਂ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਕਰਦੇ ਹਾਂ, ਗੰਨੇ ਦਾ ਰਸ, ਸੰਤਰੇ ਦਾ ਰਸ, ਰਸਗੁੱਲੇ ਦਾ ਰਸ, ਤੇ ਇਸ ਤਰ੍ਹਾਂ ਦੇ ਸਾਰੇ ਰਸਾਂ ਨੂੰ ਅਸੀਂ ਰਸ ਆਖਦੇ ਹਾਂ। ਜੇਕਰ ਆਪਾਂ ਗੱਲ ਇਸ ਸ਼ਬਦ ਦੀ ਸਿਧਾਂਤਕ ਰੂਪ ਦੇ ਵਿੱਚ ਕਰੀਏ ਤਾਂ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਵਿੱਚ ਰਸ ਦੇ 18 ਅਰਥ ਦਰਜ ਕੀਤੇ ਹਨ। ਉਹਨਾਂ ਨੇ ਲਿਖਿਆ ਹੈ, ਰਸਨਾ ਨਾਲ ਗ੍ਰਹਿਣ ਕਰਨ ਯੋਗ ਮਿਠਾਸ ਗੁਣ ਆਦਿ, ਅੰਨ ਗੁੜ ਆਦਿ ਖਾਧੇ ਪਦਾਰਥ ਦਾ ਨਿਚੋੜ, ਸਾਰ ਤੱਤ, ਸ਼ਹਿਦ, ਮਧੂ, ਵੀਰਿ, ਪ੍ਰੇਮ, ਧਾਰਾ ਆਦਿ।
ਰਸਨਾ ਨਾਲ ਗ੍ਰਹਿਣ ਕਰਨ ਯੋਗ ਮਿਠਾਸ। ਰਸਨਾ ਕਿਹਾ ਜਾਂਦਾ ਹੈ ਜੀਵ ਨੂੰ, ਮਤਲਬ ਜੀਵ ਨਾਲ ਜੋ ਚੀਜ਼ ਗ੍ਰਹਿਣ ਕੀਤੀ ਜਾਂਦੀ ਹੈ ਤੇ ਜੀਵ ਨਾਲ ਜੋ ਰਸ ਲਿਆ ਜਾਂਦਾ ਹੈ ਉਸ ਦਾ ਭਾਵ ਹੈ ਰਸ। ਇਸ ਤਰ੍ਹਾਂ ਦੇ ਕਿਸੇ ਵੀ ਪਦਾਰਥ ਦੇ, ਭਾਵੇਂ ਉਹ ਬਨਸਪਤੀ ਹੈ ਜਾਂ ਫਲ ਨੇ ਜਾਂ ਕੋਈ ਸਬਜ਼ੀ ਹੈ, ਜਿਨ੍ਹਾਂ ਦੇ ਵਿੱਚੋਂ ਰਸ ਨਿਕਲਦਾ ਹੈ, ਆਮ ਵਰਤੋਂ ਦੇ ਵਿੱਚ ਅਸੀਂ ਇਹ ਸ਼ਬਦ ਦੀ ਵਰਤੋਂ ਉਸ ਕਿਸੇ ਵੀ ਪਦਾਰਥ ਦੇ ਤਰਲ ਦੇ ਅਰਥਾਂ 'ਚ ਕਰਦੇ ਹਾਂ, ਪਰ ਸਾਹਿਤਕ ਰਸ ਇਸ ਤੋਂ ਬਿਲਕੁਲ ਵਿਲੱਖਣ ਚੀਜ਼ ਹੈ। ਹੁਣ ਅਸੀਂ ਗੱਲ ਕਰਾਂਗੇ ਸਾਹਿਤਕ ਰਸ ਬਾਰੇ। ਸਾਹਿਤਕ ਰਸ ਨੂੰ ਸੰਸਕ੍ਰਿਤ ਵਿੱਚ ਕਾਵਿਆ ਰਸ ਕਹਿੰਦੇ ਹਨ, ਭਾਵ ਉਹ ਰਸ ਜੋ ਪਾਠਕ ਨੂੰ ਕਾਵਿ ਪੜ੍ਹਦੇ ਹੋਏ, ਸੁਣਦੇ ਹੋਏ, ਦੇਖਦੇ ਹੋਏ ਆਨੰਦ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਅਸੀਂ ਰਸ ਦੇ ਅਰਥ ਆਨੰਦ ਵੀ ਕਰ ਸਕਦੇ ਹਾਂ। ਕਿਸੇ ਸਾਹਿਤਕ ਰਚਨਾ ਨੂੰ ਪੜ੍ਹ ਕੇ, ਸੁਣ ਕੇ ਜਾਂ ਦੇਖ ਕੇ ਜੋ ਆਨੰਦ ਆਉਂਦਾ ਹੈ ਸਾਹਿਤ ਦੇ ਵਿੱਚ, ਉਸ ਨੂੰ, ਕਾਵਿ ਦੇ ਵਿੱਚ, ਉਸ ਨੂੰ ਸਾਹਿਤਕ ਰਸ ਕਿਹਾ ਜਾਂਦਾ ਹੈ। ਤੇ ਆਚਾਰੀਆਂ ਨੇ ਇਹ ਗੱਲ ਬੜੇ ਜ਼ੋਰ ਦੇ ਕੇ ਮੰਨੀ ਹੈ ਕਿ ਰਸ ਦੀ ਹੋਂਦ ਹੀ ਸਾਹਿਤ ਨੂੰ ਜਾਂ ਕਾਵਿ ਨੂੰ ਸਾਹਿਤ ਬਣਾਉਂਦੀ ਹੈ। ਇਸ ਦੀ ਅਣਹੋਂਦ ਵਿੱਚ ਕੋਈ ਵੀ ਲਿਖਤ ਕਾਵਿਕ ਜਾਂ ਸਾਹਿਤਕ ਨਹੀਂ ਅਖਵਾ ਸਕਦੀ। ਇਸ ਕਰਕੇ ਉਹਨਾਂ ਨੇ ਰਸ ਨੂੰ ਕਾਵਿ ਦੀ ਆਤਮਾ ਮੰਨਿਆ ਹੈ। ਭਰਤ ਮੁਨੀ ਤੋਂ ਬਾਅਦ ਵਾਲੇ ਆਚਾਰੀਆਂ ਨੇ ਵੀ ਰਸ ਨੂੰ ਆਨੰਦ ਰੂਪ ਮੰਨਿਆ ਹੈ। ਭਰਤ ਮੁਨੀ ਨੇ ਇਸ ਦੇ ਅਰਥ ਨਾਟਿਆ ਸ਼ਾਸਤਰ ਵਿੱਚ ਆਪਣੇ ਅਨੁਸਾਰ ਕੀਤੇ ਹਨ। ਭਰਤ ਮੁਨੀ ਹੀ ਸਭ ਤੋਂ ਪਹਿਲਾਂ ਰਸ ਦਾ ਸਥਾਪਿਤ ਕਰਤਾ ਤੇ ਵਿਆਖਿਆਕਾਰ ਹੈ। ਭਰਤ ਮੁਨੀ ਅਨੁਸਾਰ ਰਸ ਸਵਾਦਯੋਗ ਹੈ ਜਾਂ ਸਵਾਦ ਆਉਣਾ ਹੀ ਰਸ ਹੈ। ਸਾਹਿਤਕ ਰਸ ਨੂੰ ਸਪਸ਼ਟ ਕਰਦੇ ਹੋਏ ਪੰਡਿਤ ਬਲਦੇਵ ਉਪਾਧਿਆਇ ਨੇ ਲਿਖਿਆ, ਕਾਵਿ ਦੇ ਸੁਣਨ ਜਾਂ ਪੜ੍ਹਨ ਤੋਂ ਸਰੋਤੇ, ਦਰਸ਼ਕ ਜਾਂ ਪਾਠਕ ਦੇ ਚਿੱਤ ਵਿੱਚ ਜੋ ਵਿਲੱਖਣ ਅਲੌਕਿਕ ਆਨੰਦ ਆਉਂਦਾ ਹੈ, ਉਸੇ ਦਾ ਨਾਮ ਰਸ ਹੈ। ਤੁਹਾਨੂੰ ਯੂਨੀਵਰਸਿਟੀ ਵੱਲੋਂ ਸੁਝਾਈ ਪੁਸਤਕ ਭਾਰਤੀ ਕਾਵਿ ਸ਼ਾਸਤਰ, ਜਿਸ ਦੇ ਲੇਖਕ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਢਾਲੀਵਾਲ ਹੋਰੀ ਨੇ, ਉਹਨਾਂ ਨੇ ਡਾਕਟਰ ਭਾਗੀਰਥ ਮਿਸ਼ਰ ਦਾ ਵਿਚਾਰ ਵੀ ਅੰਕਿਤ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਲਿਖਿਆ ਹੈ, ਡਾਕਟਰ ਭਾਗੀਰਥ ਮਿਸ਼ਰ ਨੇ, ਰਸ ਇੱਕ ਤਰ੍ਹਾਂ ਦਾ ਖਾਸ ਆਨੰਦ ਹੈ ਜਿਹੜਾ ਕਾਵਿ ਦੇ ਪੜ੍ਹਨ, ਸੁਣਨ ਜਾਂ ਨਾਟਕ ਦੇ ਅਭਿਨੈ ਵੇਖਣ ਤੋਂ ਸੰਵੇਦਨਸ਼ੀਲ ਰਸਿਕ ਜਾਂ ਸਹਿਰਦਿਆਂ ਨੂੰ ਪ੍ਰਾਪਤ ਹੁੰਦਾ ਹੈ। ਰਸ ਸਿਧਾਂਤ ਦਾ ਆਰੰਭ ਭਰਤ ਮੁਨੀ ਦੇ ਨਾਟਿਆ ਸ਼ਾਸਤਰ ਗ੍ਰੰਥ ਤੋਂ ਹੋਇਆ। ਭਰਤ ਮੁਨੀ ਨੇ ਆਪਣੇ ਸਾਰੇ ਵਿਚਾਰ ਨਾਟਕ ਸਾਹਿਤ ਰੂਪ ਨੂੰ ਸਾਹਮਣੇ ਰੱਖ ਕੇ ਦਿੱਤੇ ਤੇ ਉਸਨੇ ਨਾਟਕ ਜਾਂ ਨਾਟਿਆ ਦੇ ਆਧਾਰ ਤੇ ਹੀ ਆਪਣਾ ਸਾਰਾ ਸਿਧਾਂਤ ਪੇਸ਼ ਕੀਤਾ। ਇਸ ਤੋਂ ਇਸ ਤਰ੍ਹਾਂ ਵੀ ਲੱਗ ਸਕਦਾ ਹੈ ਜਾਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿ ਰਸ ਦਾ ਖੇਤਰ ਕੇਵਲ ਨਾਟਕ ਹੀ ਹੋਵੇ, ਪਰ ਇਹ ਗੱਲ ਸੱਚ ਨਹੀਂ ਹੈ। ਰਸ ਦਾ ਵਿਸ਼ੇ ਖੇਤਰ ਨਾ ਕੇਵਲ ਨਾਟਕ, ਪੂਰਾ ਸਾਹਿਤ ਹੈ। ਪਰ ਗੌਰ ਨਾਲ ਵੇਖਣ ਤੇ ਪਤਾ ਚੱਲਦਾ ਹੈ ਕਿ ਰਸ ਨਾਟਕ ਤੱਕ ਸੀਮਿਤ ਨਹੀਂ, ਬਾਕੀ ਸਾਹਿਤਕ ਅੰਗਾਂ ਵਿੱਚ ਨਾਟਕ ਵਾਂਗ ਹੀ ਇਸ ਦੀ ਹੋਂਦ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਭਰਤ ਮੁਨੀ ਤੋਂ ਬਾਅਦ ਜਿੰਨੇ ਵੀ ਰਸ ਸਿਧਾਂਤ ਦੇ ਵਿਆਖਿਆਕਾਰ ਹੋਏ ਹਨ, ਉਹਨਾਂ ਨੇ ਨਾਟਕ ਤੇ ਕਾਵਿ ਦੋਨਾਂ ਅੰਗਾਂ ਨੂੰ ਸਾਹਮਣੇ ਰੱਖ ਕੇ ਜਾਂ ਦੋਨਾਂ ਅੰਗਾਂ ਨੂੰ ਮੁੱਖ ਰੱਖ ਕੇ ਹੀ ਇਸ ਸਿਧਾਂਤ ਦਾ ਵਿਸ਼ਲੇਸ਼ਣ ਕੀਤਾ ਹੈ ਜਾਂ ਇਸ ਸਿਧਾਂਤ ਦੀ ਵਿਆਖਿਆ ਕੀਤੀ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਭਾਵੇਂ ਇਸ ਸਿਧਾਂਤ ਦੇ ਮੁੱਢਲੇ ਸਿਧਾਂਤਕਾਰ ਭਰਤ ਮੁਨੀ ਨੇ ਨਾਟਕ ਨੂੰ ਸਾਹਮਣੇ ਰੱਖ ਕੇ ਆਪਣਾ ਸਿਧਾਂਤ ਉਸਾਰਿਆ ਸੀ ਜਾਂ ਆਪਣੇ ਸਿਧਾਂਤ ਦਾ ਨਿਰਮਾਣ ਨਾਟਕ ਦੇ ਆਧਾਰ ਤੇ ਕੀਤਾ ਸੀ, ਪਰ ਬਾਅਦ ਦੇ ਆਚਾਰੀਆਂ ਨੇ ਇਸ ਨੂੰ ਸਮੁੱਚੇ ਸਾਹਿਤ ਦੇ ਸੰਦਰਭ ਦੇ ਵਿੱਚ ਵਿਚਾਰਿਆ ਤੇ ਸਮੁੱਚੇ ਸਾਹਿਤਕ ਜਗਤ ਨੂੰ ਇਸ ਸਿਧਾਂਤ ਦੇ ਆਧਾਰ ਤੇ ਵਿਸ਼ਲੇਸ਼ਿਆ ਤੇ ਇਸ ਸਿਧਾਂਤ ਦਾ ਨਿਰੂਪਣ ਕੀਤਾ। ਰਸ ਦੇ ਲੱਛਣਾਂ ਸੰਬੰਧੀ ਭਰਤ ਮੁਨੀ ਨੇ ਜਿਸ ਸੂਤਰ ਦੇ ਵਿੱਚ ਨਾਟਿਆ ਸ਼ਾਸਤਰ ਵਿੱਚ ਰਸ ਦੇ ਲੱਛਣਾਂ ਦੀ ਵਿਆਖਿਆ ਕੀਤੀ ਹੈ,
ਉਸ ਸੂਤਰ ਨੂੰ ਰਸ ਸੂਤਰ ਕਿਹਾ ਜਾਂਦਾ ਹੈ। ਇਹ ਸੂਤਰ ਹੈ ਵਿਭਾਵਾ ਅਨੁਭਾਵ ਵਿਵਚਾਰੀ ਸੰਜੋਗ ਆਦਿ ਰਸ ਨਿਸ਼ਪਤੀ। ਇਸ ਸੂਤਰ ਦੇ ਜਾਂ ਸ਼ਲੋਕ ਦੇ ਸਰਲ ਅਰਥ ਇਹ ਹਨ ਕਿ ਵਿਭਾਵ, ਅਨੁਭਾਵ ਤੇ ਸੰਚਾਰੀ ਜਾਂ ਵਿਵਚਾਰੀ ਭਾਵਾਂ ਦੇ ਸੰਯੋਗ ਨਾਲ ਰਸ ਦੀ ਨਿਸ਼ਪਤੀ ਹੁੰਦੀ ਹੈ, ਭਾਵ ਰਸ ਪੈਦਾ ਹੁੰਦਾ ਹੈ। ਭਰਤ ਮੁਨੀ ਨੇ ਇਸ ਸੂਤਰ ਦੀ ਵਿਆਖਿਆ ਵੀ ਕੀਤੀ ਹੈ। ਭਰਤ ਮੁਨੀ ਲਿਖਦੇ ਹਨ, ਜਿਸ ਪ੍ਰਕਾਰ ਤਰ੍ਹਾਂ ਤਰ੍ਹਾਂ ਦੇ ਵਿਅੰਜਨਾਂ, ਸੁਆਦੀ ਖਾਣਿਆਂ ਤੇ ਪਦਾਰਥਾਂ ਦੇ ਸੰਯੋਗ ਨਾਲ ਭੋਜਨ ਵਿੱਚ ਸੁਆਦ ਰਸ ਦੀ ਨਿਸ਼ਪਤੀ ਹੁੰਦੀ ਹੈ, ਤੇ ਜਿਸ ਤਰ੍ਹਾਂ ਗੁੜ ਖੰਡ ਆਦਿ ਪਦਾਰਥਾਂ ਤੋਂ ਖਾਂਡਵ ਆਦਿ ਰਸ ਬਣਦੇ ਹਨ, ਉਸੇ ਤਰ੍ਹਾਂ ਭਾਂਤ ਭਾਂਤ ਦੇ ਭਾਵਾਂ ਨਾਲ ਸੰਯੁਕਤ ਹੋ ਕੇ ਸਥਾਈ ਭਾਵ ਹੀ ਰਸ ਰੂਪ ਨੂੰ ਪ੍ਰਾਪਤ ਹੋ ਜਾਂਦੇ ਹਨ। ਇਸ ਦਾ ਭਾਵ ਹੈ ਕਿ ਵੱਖ-ਵੱਖ ਤਰ੍ਹਾਂ ਦੇ ਸਥਾਈ ਭਾਵ ਸੰਯੁਕਤ ਹੋ ਕੇ ਰਸ ਦਾ ਰੂਪ ਗ੍ਰਹਿਣ ਕਰ ਲੈਂਦੇ ਹਨ। ਹਿੰਦੀ ਦੇ ਪ੍ਰਸਿੱਧ ਆਲੋਚਕ ਡਾਕਟਰ ਨਗੇਂਦਰ ਅਨੁਸਾਰ ਰਸ ਦੇ ਇਹ ਲੱਛਣ ਹਨ। ਉਹਨਾਂ ਅਨੁਸਾਰ ਰਸ ਸਵਾਦਯੋਗ ਹੈ। ਦੂਸਰਾ ਨੁਕਤਾ ਉਹਨਾਂ ਨੇ ਲਿਖਿਆ, ਅਨੇਕਾਂ ਭਾਵਾਂ ਅਰਥਾਤ ਵਿਭਾਵ, ਅਨੁਭਾਵ ਤੇ ਸੰਚਾਰੀ ਭਾਵਾਂ ਨਾਲ ਸੰਯੁਕਤ ਤੇ ਅਭਿਨੈ ਦੁਆਰਾ ਵਿਅੰਜਿਤ ਸਥਾਈ ਭਾਵ ਹੀ ਰਸ ਵਿੱਚ ਬਦਲ ਜਾਂਦਾ। ਤੀਸਰਾ ਲਿਖਿਆ, ਸਥਾਈ ਭਾਵ ਰਸ ਨਹੀਂ, ਰਸ ਦਾ ਆਧਾਰ ਹੈ। ਜਿਵੇਂ ਅੰਨ ਰਸ ਨਹੀਂ, ਰਸ ਦਾ ਆਧਾਰ ਹੈ। ਸਥਾਈ ਭਾਵ ਨਾਇਕ ਦਾ ਹੀ ਸਥਾਈ ਭਾਵ ਹੈ, ਕਵੀ ਜਾਂ ਸਰੋਤੇ ਦਾ ਨਹੀਂ। ਦਰਸ਼ਕ ਸਰੋਤੇ ਦਾ ਸਵਾਦ ਰਸ ਰੂਪ ਨਹੀਂ, ਬਲਕਿ ਪ੍ਰਸੰਨਤਾ ਰੂਪ ਹੈ। ਇਸ ਤਰ੍ਹਾਂ ਉਹਨਾਂ ਨੇ ਇਹ 5 ਰਸ ਦੇ ਲੱਛਣ ਦੱਸੇ ਹਨ, ਜਿਸ ਵਿੱਚ ਵੱਖ-ਵੱਖ ਸਥਾਈ ਭਾਵ ਜੁੜ ਕੇ ਰਸ ਦਾ ਰੂਪ ਧਾਰਨ ਕਰਦੇ ਹਨ। ਉਸ ਤੋਂ ਬਾਅਦ ਭਰਤ ਦੇ ਸੂਤਰ ਵਿੱਚ ਜੋ ਸਭ ਤੋਂ ਪਹਿਲਾ ਰਸ ਦਾ ਕਾਰਕ ਬਣਦਾ ਹੈ, ਉਸ ਨੂੰ ਉਹਨਾਂ ਨੇ ਕਿਹਾ ਹੈ ਵਿਭਾਵ। ਤੇ ਡਾਕਟਰ ਪ੍ਰੇਮ ਪ੍ਰਕਾਸ਼ ਧਾਲੀਵਾਲ ਨੇ ਇਹਨਾਂ ਨੂੰ ਕਾਰਨ ਦੀ ਸੰਗਿਆ ਵੀ ਦਿੱਤੀ ਹੈ। ਜਿਨ੍ਹਾਂ ਵਸਤੂਆਂ, ਵਿਸ਼ਿਆਂ, ਘਟਨਾਵਾਂ, ਨਜ਼ਾਰਿਆਂ ਜਾਂ ਸਥਿਤੀਆਂ ਦੁਆਰਾ ਪਿਆਰ ਆਦਿ ਸਥਾਈ ਭਾਵ ਜਾਗ ਕੇ ਰਸਮਈ ਰੂਪ ਧਾਰਨ ਕਰਦੇ ਹਨ, ਉਹਨਾਂ ਨੂੰ ਵਿਭਾਵ ਕਿਹਾ ਜਾਂਦਾ ਹੈ। ਵਿਭਾਵ 2 ਸ਼ਬਦਾਂ ਦੇ ਜੋੜ ਤੋਂ ਬਣਿਆ ਹੈ, ਵੀ ਜਮਾ ਭਾਵ, ਜਿਸ ਦਾ ਅਰਥ ਹੈ ਵਿਭਾਵ ਵਿਸ਼ੇਸ਼ ਤੌਰ ਤੇ ਭਾਵਾਂ ਨੂੰ ਉਤੇਜਿਤ ਤੇ ਤਿੱਖੇ ਕਰਕੇ ਉਹਨਾਂ ਦਾ ਗਿਆਨ ਕਰਾਉਂਦੇ ਹਨ। ਆਮ ਸਧਾਰਨ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜਦੋਂ ਅਸੀਂ ਕੋਈ ਨਾਟਕ ਦੇਖਦੇ ਹਾਂ, ਫਿਲਮ ਦੇਖਦੇ ਹਾਂ, ਤਾਂ ਸਾਡੇ ਮਨ ਦੇ ਵਿੱਚ ਕੁਝ ਭਾਵ ਜਾਗਦੇ ਹਨ। ਤੇ ਉਹ ਭਾਵਾਂ ਕਿਉਂ ਜਾਗਦੇ ਹਨ? ਨਾਇਕਾ ਨੂੰ ਦੇਖ ਕੇ ਜਾਂ ਨਾਇਕ ਨੂੰ ਦੇਖ ਕੇ ਜਾਂ ਕਿਸੇ ਹੋਰ ਪਾਤਰ ਨੂੰ ਦੇਖ ਕੇ, ਤੇ ਜਾਂ ਅਸੀਂ ਕਿਸੇ ਡਰਾਉਣੀ ਫਿਲਮ ਦੇ ਵਿੱਚ ਭੂਤ ਨੂੰ ਦੇਖ ਕੇ ਡਰ ਜਾਂਦੇ ਹਾਂ। ਤਾਂ ਸਭ ਤੋਂ ਪਹਿਲਾਂ ਜੋ ਚੀਜ਼ ਹੈ, ਜੋ ਭੂਤ ਹੈ, ਉਹ ਵਿਭਾਵ ਹੈ। ਹੀਰ ਰਾਂਝੇ ਦੀ ਕਹਾਣੀ ਦੇ ਵਿੱਚ ਹੀਰ ਰਾਂਝਾ ਵਿਭਾਵ ਹਨ। ਤੇ ਅੱਗੋਂ ਆਚਾਰੀਆਂ ਨੇ ਵਿਭਾਵ ਦੀ 2 ਤਰ੍ਹਾਂ ਵਿਆਖਿਆ ਕੀਤੀ ਹੈ, ਆਲੰਬਨ ਵਿਭਾਵ ਤੇ ਉਦੀਪਨ ਵਿਭਾਵ। ਇਹ ਵਿਭਾਵ 2 ਤਰ੍ਹਾਂ ਦੇ ਹੁੰਦੇ ਹਨ, ਆਲੰਬਨ ਤੇ ਉਦੀਪਨ। ਆਲੰਬਨ ਵਿਭਾਵ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਦ੍ਰਿਸ਼ ਨੂੰ ਕਿਹਾ ਜਾਂਦਾ, ਕੁਦਰਤੀ ਦ੍ਰਿਸ਼। ਜਿਵੇਂ ਕਿਸੇ ਪ੍ਰੇਮੀ ਪ੍ਰੇਮਿਕਾ ਦਾ ਮਿਲਣ ਹੈ, ਉੱਥੇ ਜੰਗਲ ਵੇਲਾ ਹੈ, ਫੁੱਲ ਬੂਟੇ ਹਨ, ਬਾਗ ਬਗੀਚਾ, ਕੋਇਲ, ਫੁੱਲ ਪੱਤੇ, ਜੋ ਵੀ ਹੈ, ਉਹ ਸਾਰੇ ਦ੍ਰਿਸ਼ ਦੇ ਵਿੱਚ ਸ਼ਾਮਲ ਚੀਜ਼ਾਂ, ਅਵਸਥਾ, ਪ੍ਰਕਿਰਤੀ ਆਲੰਬਨ ਦਾ ਕਾਰਜ ਕਰਦੀ ਹੈ। ਤੇ ਉਦੀਪਨ ਵਿਭਾਵ ਤੋਂ ਭਾਵ ਹੈ ਕਿਸੇ ਨਾਟਕ, ਫਿਲਮ ਜਾਂ ਕਾਵਿ ਦੇ ਨਾਇਕ ਨਾਇਕਾ ਆਦਿ, ਸੁੰਦਰ ਨਾਰੀ, ਹੱਡਾ ਰੋੜੀ, ਤਾਜ ਮਹਿਲ, ਹੰਝੂ ਪਿਆਰ, ਇਹ ਸਭ ਕੁਝ ਉਦੀਪਨ ਵਿਭਾਵ ਹੈ, ਜੋ ਸਾਡੇ ਸਥਾਈ ਭਾਵਾਂ ਨੂੰ ਜਗਾਉਣ ਵਿੱਚ ਸਹਾਈ ਹੁੰਦਾ ਹੈ। ਵਿਭਾਵ ਤੋਂ ਬਾਅਦ ਕਾਵਿ ਦਾ ਦੂਸਰਾ ਲੱਛਣ ਹੈ ਅਨੁਭਾਵ, ਜਿਸ ਨੂੰ ਕਾਰਜ ਵੀ ਕਿਹਾ ਜਾ ਸਕਦਾ ਹੈ।
ਭਰਤ ਮੁਨੀ ਅਨੁਸਾਰ ਬੋਲਾਂ ਤੇ ਅੰਗਾਂ ਦੀਆਂ ਹਰਕਤਾਂ ਦੁਆਰਾ ਬੋਲਾਂ ਤੇ ਅੰਗਾਂ ਨਾਲ ਸੰਯੁਕਤ ਅਰਥ ਜਿਸ ਤੋਂ ਪ੍ਰਗਟ ਹੁੰਦਾ ਹੈ ਉਸ ਨੂੰ ਅਨੁਭਾਵ ਮੰਨਿਆ ਗਿਆ ਹੈ। ਇਸ ਨੂੰ ਅਸੀਂ ਸੌਖਿਆ ਤਰ੍ਹਾਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਜੇਕਰ ਕਿਸੇ ਫਿਲਮ ਦੇ ਦ੍ਰਿਸ਼ ਵਿੱਚ ਨਾਇਕ ਨਾਇਕਾ ਨੂੰ ਦੇਖ ਕੇ ਜੋ ਸਾਡੇ ਭਾਵਾਂ ਨੂੰ ਜਗਾਉਂਦੇ ਹਨ, ਨਾਇਕ ਨਾਇਕਾ ਨੂੰ ਦੇਖਣ ਨਾਲ ਹੀ ਸਾਡੇ ਭਾਵ ਨਹੀਂ ਜਾਗਣਗੇ। ਉਹ ਕੋਈ ਹਰਕਤਾਂ ਕਰਨਗੇ, ਉਹ ਕੁਛ ਬੋਲਣਗੇ, ਚੱਲਣਗੇ, ਉੱਠਣਗੇ, ਬੈਠਣਗੇ, ਇਸ਼ਾਰੇ ਕਰਨਗੇ ਤੇ ਉਹਨਾਂ ਦੀਆਂ ਇਹ ਸਾਰੀਆਂ ਹਰਕਤਾਂ ਨੂੰ ਰਸ ਸਿਧਾਂਤ ਅਨੁਸਾਰ ਜਾਂ ਭਰਤ ਮੁਨੀ ਅਨੁਸਾਰ ਅਨੁਭਾਵ ਕਿਹਾ ਜਾਂਦਾ ਹੈ। ਅਨੁਭਾਵ ਜਿਹੜੇ ਸਥਾਈ ਭਾਵ ਦੇ ਕਾਰਜ ਹਨ ਜਾਂ ਜਿਨ੍ਹਾਂ ਦੀ ਸਹਾਇਤਾ ਨਾਲ ਪ੍ਰੇਮ ਆਦਿ ਭਾਵਾਂ ਦਾ ਅਨੁਭਵ ਹੁੰਦਾ ਹੈ, ਉਹਨਾਂ ਨੂੰ ਅਨੁਭਾਵ ਕਹਿੰਦੇ ਹਨ। ਜਿਨ੍ਹਾਂ ਤੋਂ ਨਾਇਕ ਨਾਇਕਾਂ ਦੇ ਭਾਵਾਂ ਦਾ ਪਤਾ ਲੱਗਦਾ ਹੈ, ਉਸ ਨੂੰ ਅਨੁਭਾਵ ਕਹਿੰਦੇ ਹਨ। ਅੱਖਾਂ ਦੇ ਇਸ਼ਾਰੇ, ਕਿਸੇ ਵੱਲ ਝਾਕਣਾ, ਇਸ਼ਾਰੇ ਕਰਨਾ, ਅੰਗੜਾਈਆਂ ਲੈਣਾ ਤੇ ਇਹ ਸਾਰੇ ਅਨੁਭਾਵ ਦੇ ਵਿੱਚ ਆਉਂਦੇ ਹਨ। ਅਨੁਭਾਵ ਦੀ ਅੱਗੋਂ 4 ਭਾਗਾਂ ਦੇ ਵਿੱਚ ਵੰਡ ਕੀਤੀ ਗਈ ਹੈ। ਸਭ ਤੋਂ ਪਹਿਲਾਂ ਅਨੁਭਾਵ ਨੂੰ ਕਾਇਕ ਅਨੁਭਾਵ ਕਿਹਾ ਜਾਂਦਾ ਹੈ। ਕਾਇਆ ਸਾਡੇ ਸਰੀਰ ਨੂੰ ਕਿਹਾ ਜਾਂਦਾ, ਬਾਡੀ ਨੂੰ, ਤੇ ਸਰੀਰ ਨਾਲ ਸੰਬੰਧਿਤ ਜੋ ਅਨੁਭਾਵ ਹੁੰਦੇ ਹਨ ਉਹਨਾਂ ਨੂੰ ਕਾਇਕ ਅਨੁਭਾਵ। ਭਾਵੇਂ ਕਿ ਸਾਰਾ ਕੁਝ ਸਰੀਰ ਨਾਲ ਸੰਬੰਧਿਤ ਹੁੰਦਾ ਹੈ, ਪਰ ਜਿਹੜੀਆਂ ਦ੍ਰਿਸ਼ ਰੂਪ ਵਿੱਚ ਹਰਕਤਾਂ ਸਰੀਰ ਦੀਆਂ ਦਿਖਦੀਆਂ ਹਨ ਉਹਨਾਂ ਨੂੰ ਕਾਇਕ ਅਨੁਭਾਵ ਕਿਹਾ ਜਾਂਦਾ। ਦੂਸਰੇ ਅਨੁਭਾਵ ਹੁੰਦੇ ਮਾਨਸਿਕ ਅਨੁਭਾਵ, ਤੀਸਰੇ ਆਹਾਰੀਆ ਅਨੁਭਾਵ ਤੇ ਚੌਥੇ ਸਾਤਵਿਕ ਅਨੁਭਾਵ। ਕਾਇਕ ਅਨੁਭਾਵ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਾਇਕ ਅਨੁਭਾਵ ਸਰੀਰ ਨਾਲ ਸੰਬੰਧਿਤ ਹਨ, ਜਿਨ੍ਹਾਂ ਨੂੰ ਅੱਖਾਂ ਦੇ ਇਸ਼ਾਰੇ ਜਾਂ ਅੱਖ ਮਟਕਾ, ਅੰਗਾਂ ਦੀਆਂ ਹਰਕਤਾਂ ਆਦਿ ਜੋ ਕੋਈ ਵੀ ਨਾਟਕ ਦੇ ਪਾਤਰ ਜਾਂ ਨਾਇਕ ਨਾਇਕਾ ਕਰਦੇ ਹਨ, ਇਸ ਨੂੰ ਕਾਇਕ ਅਨੁਭਾਵ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਨਾਲ ਸਹਿਰਦਿਆ ਜਾਂ ਦਰਸ਼ਕ ਜਾਂ ਪਾਠਕ ਦੇ ਮਨ ਦੇ ਵਿੱਚ ਕੋਈ ਭਾਵ ਜਾਗਦਾ ਹੈ। ਦੂਸਰਾ ਭਾਵ ਹੈ ਮਾਨਸਿਕ ਅਨੁਭਾਵ। ਮਾਨਸਿਕ ਅਨੁਭਾਵ ਇਸ ਤਰ੍ਹਾਂ ਦਾ ਹੈ ਜਿਵੇਂ ਦਿਲ ਵਿੱਚ ਪੈਦਾ ਹੋਈ ਮਸਤੀ ਆਦਿ, ਜਿਸ ਨੂੰ ਭਾਵੇਂ ਕਿ ਕਿਸੇ ਗੱਲ ਨੂੰ ਪਤਾ ਲੱਗਣ ਤੋਂ ਬਾਅਦ ਜੋ ਮਾਨਸਿਕ ਹਾਲਤ ਦੇ ਵਿੱਚ ਤਬਦੀਲੀ ਵਾਪਰਦੀ ਹੈ ਉਸ ਨੂੰ ਮਾਨਸਿਕ ਅਨੁਭਾਵ ਕਿਹਾ ਜਾਂਦਾ ਹੈ। ਤੇ ਤੀਸਰਾ ਆਹਾਰੀ ਹੈ। ਆਹਾਰੀ ਸਿੱਧੀ ਤਰ੍ਹਾਂ ਤੇ ਪਹਿਰਾਵੇ ਨਾਲ ਜੁੜਿਆ ਹੋਇਆ। ਜਿਵੇਂ ਅੱਜ ਕੱਲ੍ਹ ਫਿਲਮਾਂ ਮਿਸ਼ਰਤ ਕਲਾ ਹੁੰਦੀਆਂ ਹਨ, ਉਹਨਾਂ ਦੇ ਵਿੱਚ ਸੰਗੀਤ ਹੈ, ਐਕਟਿੰਗ ਹੈ, ਤੇ ਉਸ ਦੇ ਵਿੱਚ ਡਰੈਸ ਡਿਜ਼ਾਇਨਿੰਗ ਦੇ ਉੱਤੇ ਬੜਾ ਧਿਆਨ ਦਿੱਤਾ ਜਾਂਦਾ। ਨਾਟਕਾਂ ਦੇ ਵਿੱਚ ਵੀ ਜਿਹੜੇ ਐਕਟਰ ਨੇ ਉਹ ਆਪਣੇ ਕਿਸੇ ਵੀ ਤਰ੍ਹਾਂ ਚੰਗੇ ਬੁਰੇ, ਯੋਧੇ, ਆਸ਼ਿਕ, ਪ੍ਰੇਮੀ ਦਾ ਲਿਬਾਸ ਅਲੱਗ ਅਲੱਗ ਹੁੰਦਾ ਸੀ। ਉਸ ਨੂੰ ਦਰਸਾਉਣ ਲਈ ਉਸ ਤਰ੍ਹਾਂ ਦਾ ਪਹਿਰਾਵਾ ਪਹਿਨਦੇ ਸੀ। ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਜੋ ਬਨਾਵਟੀ ਪਹਿਰਾਵਾ ਪਹਿਨਿਆ ਜਾਂਦਾ ਹੈ ਉਸ ਨੂੰ ਆਹਾਰੀਆ ਅਨੁਭਾਵ ਕਹਿੰਦੇ ਹਨ। ਚੌਥਾ ਅਨੁਭਾਵ ਹੈ ਸਾਤਵਿਕ। ਸਰੀਰ ਦੇ ਸੁਭਾਵਿਕ ਤੇ ਕੁਦਰਤੀ ਅੰਗਾਂ ਵਿਕਾਰਾਂ ਨੂੰ ਸਾਤਵਿਕ ਅਨੁਭਾਵ ਆਖਦੇ ਹਨ। ਸਰੀਰ ਦੇ ਸੁਭਾਵਿਕ ਤੇ ਕੁਦਰਤੀ ਅੰਗਾਂ ਵਿਕਾਰਾਂ ਨੂੰ ਸਾਤਵਿਕ ਅਨੁਭਵ ਆਖਦੇ ਹਨ। ਜਿਵੇਂ ਸੁੰਨ ਹੋਣਾ, ਪਸੀਨਾ, ਰੌਂਗਟੇ ਖੜੇ ਹੋਣਾ, ਸੁਰਭੰਗ ਹੋਣਾ। ਸੁਰਭੰਗ ਹੋਣਾ ਵੀ ਆਵਾਜ਼ ਦੇ ਵਿੱਚ ਥਿੜਕਟਾਹਟ ਆ ਜਾਣੀ, ਜਿਵੇਂ ਕਿ ਆਵਾਜ਼ ਸਪਸ਼ਟ ਨਾ ਨਿਕਲਣੀ ਗਲ ਦੇ ਵਿੱਚੋਂ, ਉਸ ਨੂੰ ਸੁਰਭੰਗ ਹੋਣਾ ਕਹਿੰਦੇ ਆ। ਜਾਂ ਫਿਰ ਹੰਝੂ, ਜੋ ਕਿ ਕੁਦਰਤੀ ਰੂਪ ਦੇ ਵਿੱਚ ਵਾਪਰਦੇ ਆ ਸਰੀਰ 'ਚ, ਇਹਨਾਂ ਨੂੰ ਸਾਤਵਿਕ ਅਨੁਭਾਵ ਕਿਹਾ ਜਾਂਦਾ ਹੈ। ਭਰਤ ਮੁਨੀ ਦੇ ਰਸ ਦੇ ਲੱਛਣਾਂ ਦੇ ਵਿੱਚ ਤੀਸਰਾ ਜੋ ਪ੍ਰਮੁੱਖ ਨੁਕਤਾ ਹੈ ਉਹ ਹੈ ਸੰਚਾਰੀ ਜਾਂ ਵਿਵਚਾਰੀ ਭਾਵ। ਭਾਵੇਂ ਕਿ ਇਹਨਾਂ ਨੂੰ ਸੰਸਕ੍ਰਿਤ ਦੇ ਵਿੱਚ ਵਿਵਚਾਰੀ ਭਾਵ ਕਿਹਾ ਗਿਆ, ਪਰ ਆਮ ਬੋਲੀ ਦੇ ਵਿੱਚ ਇਹਨਾਂ ਨੂੰ ਸੰਚਾਰੀ ਭਾਵ ਵੀ ਆਖਿਆ ਜਾਂਦਾ ਹੈ। ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਨੇ ਆਖਿਆ ਹੈ ਕਿ ਆਲੋਚਨਾ ਦੀ ਭਾਸ਼ਾ ਤੋਂ ਅਲੱਗ ਆਮ ਬੋਲਚਾਲ ਦੀ ਬੋਲੀ ਦੇ ਵਿੱਚ ਅਸੀਂ ਇਹਨਾਂ ਨੂੰ ਸਹਿਕਾਰੀ ਭਾਵ ਵੀ ਆਖ ਸਕਦੇ ਹਾਂ, ਕਿਉਂਕਿ ਇਹ ਸਥਾਈ ਭਾਵਾਂ ਦੇ ਨਾਲ ਲੱਗ ਕੇ ਹੀ ਆਉਂਦੇ ਹਨ।
ਜੇਕਰ ਪਰਿਭਾਸ਼ਾਬੱਧ ਰੂਪ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਸੰਚਾਰਸ਼ੀਲ ਤੇ ਅਟਿਕਵੇਂ ਮਨੋਵਿਕਾਰਾਂ ਜਾਂ ਚਿੱਤ ਬਿਰਤੀਆਂ ਨੂੰ ਸੰਚਾਰੀ ਭਾਵ ਕਿਹਾ ਜਾਂਦਾ ਹੈ। ਭਾਵ ਉਹ ਭਾਵ ਜੋ ਸਥਾਈ ਨਹੀਂ ਹਨ, ਜੋ ਟਿਕੇ ਹੋਏ ਨਹੀਂ ਹਨ, ਜੋ ਗਤੀ ਦੇ ਵਿੱਚ ਹਨ, ਆਉਂਦੇ ਹਨ, ਜਾਂਦੇ ਹਨ। ਸੰਚਾਰੀ ਭਾਵ ਪਾਣੀ ਦੀਆਂ ਲਹਿਰਾਂ ਵਾਂਗ ਆਉਂਦੇ ਜਾਂਦੇ ਰਹਿੰਦੇ ਹਨ। ਅਲੱਗ-ਅਲੱਗ ਰਸਾਂ ਲਈ ਅਲੱਗ-ਅਲੱਗ ਸੰਚਾਰੀ ਭਾਵ ਹਨ। ਤੇ ਭਰਤ ਮੁਨੀ ਨੇ ਸੰਚਾਰੀ ਭਾਵਾਂ ਦੀ ਗਿਣਤੀ 33 ਦੱਸੀ ਹੈ। ਅੱਗੇ ਇਹਨਾਂ ਦੀ ਵੰਡ ਵੀ ਕੀਤੀ ਗਈ ਹੈ। ਜਿਵੇਂ ਕਿ ਪਹਿਲਾਂ ਉਹਨਾਂ ਨੇ ਵੰਡ ਕੀਤੀ ਹੈ ਸੰਚਾਰੀ ਭਾਵਾਂ ਦੀ। ਸਰੀਰਕ ਹਾਲਤਾਂ ਦੇ ਸੂਚਕ ਸੰਚਾਰੀ ਭਾਵ, ਜਿਵੇਂ ਕਿ ਗਿਲਾਨੀ, ਥਕਾਵਟ, ਆਲਸ, ਸੁੰਨਤਾ, ਮੋਹ, ਮਿਰਗੀ, ਨੀਂਦ ਆਦਿ ਜੋ ਸੰਚਾਰੀ ਭਾਵ ਨੇ, ਜੋ ਕਿਸੇ ਖਾਸ ਅਵਸਥਾ ਦੇ ਵਿੱਚ ਆਉਂਦੇ ਆ ਤੇ ਆ ਕੇ ਚਲੇ ਜਾਂਦੇ ਆ, ਇਹਨਾਂ ਨੂੰ ਸਰੀਰਕ ਹਾਲਤਾਂ ਦੇ ਸੂਚਕ ਸੰਚਾਰੀ ਭਾਵ ਕਿਹਾ ਗਿਆ। ਦੂਸਰੇ ਜੋ ਭਾਵ ਉਹਨਾਂ ਨੇ ਦੱਸਿਆ ਉਹ ਹੈ ਸਹੀ ਭਾਵਨਾ ਪ੍ਰਧਾਨ ਸੰਚਾਰੀ ਭਾਵ, ਜਿਨ੍ਹਾਂ ਦੇ ਵਿੱਚੋਂ ਪਹਿਲਾਂ ਉਹਨਾਂ ਨੇ ਲਿਖਿਆ ਉਤਸੁਕਤਾ, ਜਿਹਨੂੰ ਐਕਸਾਈਟਮੈਂਟ ਕਹਿੰਦੇ ਆ, ਤੇ ਦੂਸਰਾ ਵਿਸ਼ਾਦ, ਜਿਹਨੂੰ ਅੱਜ ਕੱਲ੍ਹ ਫਰਸਟ੍ਰੇਸ਼ਨ ਕਿਹਾ ਜਾਂਦਾ, ਤੇ ਪ੍ਰਸੰਨਤਾ, ਧੀਰਜ, ਨਿਰਵੇਦ। ਨਿਰਵੇਦ ਉਹ ਭਾਵ ਹੈ ਜਿਹੜਾ ਕਿ ਸ਼ਾਂਤ ਰਸ ਨਾਲ ਜੁੜਿਆ ਹੋਇਆ, ਜਦੋਂ ਕੋਈ ਵੀ ਭਾਵਨਾ ਮਨ 'ਚ ਨਾ ਰਹੇ, ਕਿਸੇ ਵੀ ਤਰ੍ਹਾਂ ਦੇ ਭਾਵਾਂ ਤੋਂ ਬੰਦਾ ਨਿਰਲੇਪ ਹੋ ਜਾਵੇ ਤਾਂ ਨਿਰਵੇਦ ਭਾਵਨਾ ਉਸਨੂੰ ਕਿਹਾ ਜਾਂਦਾ। ਤੀਸਰੀ ਉਹਨਾਂ ਨੇ ਵੰਡ ਕੀਤੀ ਹੈ ਸਥਾਈ ਭਾਵਾਂ ਦੇ ਮੂਲ ਸਰੂਪ। ਸਥਾਈ ਭਾਵਾਂ ਦੇ ਮੂਲ ਸਰੂਪ ਦੇ ਵਿੱਚ ਸ਼ੰਕਾ, ਡਰ, ਅਹੰਕਾਰ, ਚਿੜ ਜਿਹਨੂੰ ਆਪਾਂ ਖਿਝ ਵੀ ਕਹਿ ਦਿੰਦੇ ਹਾਂ, ਇਹ ਸਥਾਈ ਭਾਵਾਂ ਦੇ ਮੂਲ ਸਰੂਪ ਹਨ। ਚੌਥਾ ਗਿਆਨ ਮੂਲਕ ਮਨੋਅਵਸਥਾ ਦੇ ਸੰਚਾਰੀ ਭਾਵ, ਜਿਨ੍ਹਾਂ ਦੇ ਵਿੱਚ ਮਤੀ ਜਾਂ ਮਤ ਹੈ ਤੇ ਸਮ੍ਰਿਤੀ ਹੈ, ਸਮ੍ਰਿਤੀ ਯਾਦ ਨੂੰ ਕਿਹਾ ਜਾਂਦਾ। ਪੰਜਵਾਂ ਸਥਾਈ ਭਾਵਾਂ ਦੀ ਵੰਡ ਹੈ ਮਿਲੀ ਜੁਲੀ ਭਾਵਨਾ ਦੇ ਸੰਚਾਰੀ ਭਾਵ। ਮਿਲੀ ਜੁਲੀ ਭਾਵਨਾ ਦੇ ਮਤਲਬ ਜਿਨ੍ਹਾਂ ਦੇ ਵਿੱਚ ਸਰੀਰਕ ਹਾਲਤਾਂ ਦੇ ਸੂਚਕ ਵੀ ਹਨ ਤੇ ਸਹੀ ਭਾਵਨਾ ਪ੍ਰਧਾਨ ਸੰਚਾਰੀ ਭਾਵ ਵੀ ਹਨ, ਇਹਨਾਂ ਨੂੰ ਮਿਲੀ ਜੁਲੀ ਭਾਵਨਾ ਦੇ ਸੰਚਾਰੀ ਭਾਵ ਕਿਹਾ ਜਾਂਦਾ। ਸੰਚਾਰੀ ਭਾਵ ਉਹ ਭਾਵ ਹੁੰਦੇ ਹਨ ਜੋ ਸਾਡੇ ਮਨ ਦੇ ਵਿੱਚ ਕੁਝ ਪਲ ਲਈ ਆਉਂਦੇ ਹਨ ਪਰ ਆ ਕੇ ਚਲੇ ਜਾਂਦੇ ਹਨ। ਜਿਵੇਂ ਕਿ ਕਿਸੇ ਕਾਵਿ ਜਾਂ ਨਾਟਕ ਦੇ ਵਿੱਚ ਅਸੀਂ ਦੇਖੀਏ ਵੀ ਕੋਈ ਪ੍ਰੇਮਿਕਾ ਜੋ ਹੈ ਆਪਣੇ ਪ੍ਰੇਮੀ ਨੂੰ ਉਡੀਕ ਰਹੀ ਹੈ, ਤਾਂ ਉਸਦੇ ਮਨ ਦੇ ਵਿੱਚ ਜੋ ਸਥਾਈ ਭਾਵ ਹੈ ਉਹ ਪਿਆਰ ਹੈ, ਪਰ ਸੰਚਾਰੀ ਭਾਵ ਉੱਥੇ ਉਤਸੁਕਤਾ ਵੀ ਹੈ, ਇੱਕ ਐਕਸਾਈਟਮੈਂਟ ਹੈ, ਤੇ ਕਈ ਵਾਰੀ ਉਸ ਦੇ ਮਨ ਦੇ ਵਿੱਚ ਸ਼ੰਕਾ ਵੀ ਪੈਦਾ ਹੁੰਦੀ ਹੈ ਵੀ ਉਹ ਸ਼ਾਇਦ ਨਾ ਹੀ ਆਵੇ। ਪਰ ਜੋ ਇਹ ਉਤਸੁਕਤਾ ਦਾ ਭਾਵ ਹੈ, ਸ਼ੰਕਾ ਦਾ ਭਾਵ ਹੈ, ਡਰ ਦਾ ਭਾਵ ਵੀ ਉਸਦੇ ਮਨ 'ਚ ਪੈਦਾ ਹੋ ਸਕਦਾ ਹੈ ਤੇ ਵੀ ਉਹ ਕਿਸੇ ਖਤਰੇ ਦੇ ਵਿੱਚ ਨਾ ਘਿਰ ਜਾਵੇ। ਮੂਲ ਸਥਾਈ ਭਾਵ ਜੋ ਹੈ ਪਿਆਰ ਹੈ, ਪਰ ਜਿਹੜੇ ਦੂਸਰੇ ਭਾਵ ਨੇ ਇਹ ਸੰਚਾਰੀ ਭਾਵ ਨੇ, ਇਹ ਆ ਰਹੇ ਨੇ, ਜਾ ਰਹੇ ਨੇ। ਤੇ ਇਸ ਸਾਰੇ ਪ੍ਰਕਰਣ ਦੇ ਵਿੱਚ ਜੋ ਪਾਠਕ ਹੈ, ਦਰਸ਼ਕ ਹੈ, ਜੋ ਉਸਦੀ ਹਾਲਤ ਹੈ, ਉਹ ਪਾਠਕ ਨੂੰ ਰਸਮਈ ਬਣਾ ਰਹੀ ਹੈ। ਉਸਦੀ ਉਤਸੁਕਤਾ ਦੇ ਨਾਲ ਪਾਠਕ ਆਪਣੇ ਆਪ ਨੂੰ ਇੰਨਾ ਜੋੜ ਲੈਂਦਾ ਕਿ ਉਸਦੀ ਉਤਸੁਕਤਾ ਦੇ ਨਾਲ ਉਹ ਉਤਸੁਕ ਹੁੰਦਾ, ਉਸਦੇ ਡਰ 'ਚ ਉਹਨੂੰ ਡਰ ਲੱਗਣ ਲੱਗ ਜਾਂਦਾ। ਤੇ ਇਸ ਤਰ੍ਹਾਂ ਦੇ ਅਨੇਕਾਂ ਭਾਵ ਜਿਨ੍ਹਾਂ ਦੀ ਭਰਤ ਮੁਨੀ ਨੇ ਗਿਣਤੀ 33 ਕੀਤੀ ਹੈ, ਜੋ ਕਿ ਸਥਾਈ ਭਾਵਾਂ ਨੂੰ ਤਿੱਖਿਆ ਕਰਦੇ ਹਨ ਤੇ ਰਸ ਉਤਪਤੀ ਜਾਂ ਰਸ ਨਿਸ਼ਪਤੀ ਦੇ ਵਿੱਚ ਯੋਗਦਾਨ ਪਾਉਂਦੇ ਹਨ। ਇਹਨਾਂ ਨੂੰ ਸੰਚਾਰੀ ਭਾਵ ਕਿਹਾ ਜਾਂਦਾ, ਜਿਸ ਨੂੰ ਆਚਾਰੀਆਂ ਨੇ ਪਾਣੀ ਦੀਆਂ ਲਹਿਰਾਂ ਵਾਂਗੂ ਆਉਣ ਜਾਣ ਵਾਲੇ ਦੱਸਿਆ ਹੈ। ਸੰਚਾਰੀ ਭਾਵ ਸਥਾਈ ਭਾਵਾਂ ਨੂੰ ਤਿੱਖਾ ਜਾਂ ਤੀਬਰ ਕਰਨ ਵਿੱਚ ਸਹਿਯੋਗ ਦਿੰਦੇ ਹਨ। ਇਹਨਾਂ ਨੂੰ ਆਮ ਬੋਲਚਾਲ ਵਿੱਚ, ਜਿਵੇਂ ਕਿ ਪਹਿਲਾਂ ਦੱਸਿਆ, ਕਿ ਸਹਿਕਾਰੀ ਭਾਵ ਵੀ ਕਹਿ ਦਿੱਤਾ ਜਾਂਦਾ ਹੈ। ਵਿਭਾਵ, ਅਨੁਭਾਵ ਤੇ ਸੰਚਾਰੀ ਭਾਵ ਤੋਂ ਬਾਅਦ ਹੁਣ ਅਸੀਂ ਗੱਲ ਕਰਾਂਗੇ ਸਥਾਈ ਭਾਵ ਦੀ। ਸਥਾਈ ਭਾਵ ਸਾਡੇ ਮਨ ਦੇ ਵਿੱਚ ਵਸੀਆਂ ਉਹ ਚਿੱਤ ਬ੍ਰਿਤੀਆਂ ਜਾਂ ਮਨੋਬ੍ਰਿਤੀਆਂ ਨੇ ਜੋ ਹਮੇਸ਼ਾ ਮੌਜੂਦ ਰਹਿੰਦੀਆਂ ਨੇ, ਜੋ ਕਿਸੇ ਵੀ ਬਾਹਰੀ ਘਟਨਾ ਨੂੰ ਦੇਖ ਕੇ ਪੈਦਾ ਹੋ ਜਾਂਦੀਆਂ ਨੇ, ਆਮ ਜੀਵਨ ਦੇ ਵਿੱਚ ਵੀ, ਪਰ ਆਮ ਜੀਵਨ ਦੇ ਨਾਲੋਂ ਸਾਹਿਤ ਦੇ ਵਿੱਚ ਵੀ। ਜਦੋਂ ਅਸੀਂ ਕਿਸੇ ਨਾਟਕ ਦੇ ਪ੍ਰੇਮਮਈ ਦ੍ਰਿਸ਼ ਨੂੰ ਦੇਖਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਰਤੀ ਭਾਵ ਪੈਦਾ ਹੁੰਦਾ,
ਜਾਂ ਕਿਸੇ ਤੇ ਹੁੰਦਾ ਜ਼ੁਰਮ ਦੇਖਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਦਇਆ ਭਾਵ ਪੈਦਾ ਹੁੰਦਾ ਹੈ, ਜਾਂ ਅਸੀਂ ਕੋਈ ਭਿਆਨਕ ਚੀਜ਼ ਦੇਖਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਭੈ ਪੈਦਾ ਹੁੰਦਾ ਹੈ, ਜਾਂ ਅਸੀਂ ਕਿਸੇ ਉਤਸ਼ਾਹਵਰਧਕ ਚੀਜ਼ ਨੂੰ ਦੇਖਦੇ ਹਾਂ ਤਾਂ ਸਾਡੇ ਮਨ 'ਚ ਉਤਸ਼ਾਹ ਪੈਦਾ ਹੁੰਦਾ ਹੈ। ਇਸ ਤਰ੍ਹਾਂ ਦੇ ਜੋ ਭਾਵ ਨੇ ਜੋ ਹਮੇਸ਼ਾ ਸਾਡੇ ਮਨ ਦੇ ਵਿੱਚ ਮੌਜੂਦ ਰਹਿੰਦੇ ਨੇ, ਜਾਂ ਮਨੋਵਿਗਿਆਨ ਦੀ ਭਾਸ਼ਾ 'ਚ ਕਹੀਏ ਵੀ ਸਾਡੇ ਅਵਚੇਤਨ ਦੇ ਵਿੱਚ ਹਮੇਸ਼ਾ ਮੌਜੂਦ ਰਹਿੰਦੇ ਨੇ, ਭਾਵੇਂ ਕਿ ਚੇਤਨ ਮਨ ਦੇ ਵਿੱਚ ਉਹ ਹਰ ਵੇਲੇ ਮੌਜੂਦ ਸਾਨੂੰ ਦਿਖਾਈ ਨਹੀਂ ਦਿੰਦੇ, ਪਰ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਇੱਕਦਮ ਬਾਹਰ ਨਿਕਲ ਕੇ ਆ ਜਾਂਦੇ ਨੇ। ਜਿਸ ਤਰ੍ਹਾਂ ਇਸ ਤਰ੍ਹਾਂ ਦੇ ਭਾਵਾਂ ਨੂੰ ਸਥਾਈ ਭਾਵ ਕਿਹਾ ਜਾਂਦਾ ਹੈ। ਅੰਗਰੇਜ਼ੀ ਦੇ ਵਿੱਚ ਇਹਨਾਂ ਨੂੰ ਪਰਮਾਨੈਂਟ ਮੂਡ ਦਾ ਨਾਂ ਵੀ ਦਿੱਤਾ ਜਾਂਦਾ ਹੈ। ਪਰ ਜਿੱਥੋਂ ਤੱਕ ਭਰਤ ਦੇ ਸਥਾਈ ਭਾਵਾਂ ਦਾ ਸਵਾਲ ਹੈ, ਉਹਨਾਂ ਨੇ ਸਾਹਿਤ ਦੇ ਵਿੱਚ ਇਹਨਾਂ ਦੀ ਵਿਆਖਿਆ ਕਿਵੇਂ ਹੋ ਸਕਦੀ ਹੈ, ਜਾਂ ਸਾਹਿਤ ਦੇ ਵਿੱਚ ਕਿਹਨਾਂ ਨੂੰ ਸਥਾਈ ਭਾਵ ਕਿਹਾ ਜਾਂਦਾ ਹੈ, ਉਸ ਦੇ ਬਾਰੇ ਆਪਣੇ ਵਿਚਾਰ ਦਿੱਤੇ ਹਨ। ਭਰਤ ਮੁਨੀ ਨੇ ਭਾਵਾਂ ਬਾਰੇ ਜਾਂ ਸਥਾਈ ਭਾਵਾਂ ਬਾਰੇ ਆਪਣੇ ਵਿਚਾਰ ਸਪਸ਼ਟ ਕਰਨ ਲਈ ਨਾਟਯ ਸ਼ਾਸਤਰ ਦੇ ਵਿੱਚ 3 ਸ਼ਲੋਕ ਲਿਖੇ ਹਨ, ਜਿਨ੍ਹਾਂ ਅਨੁਸਾਰ ਇਹਨਾਂ ਦੇ 3 ਅਰਥ ਹੈ ਜਿਹੜੇ ਸਾਹਮਣੇ ਆਉਂਦੇ ਹਨ। ਭਰਤ ਮੁਨੀ ਅਨੁਸਾਰ ਭਾਵ ਉਹ ਅਰਥ ਹੈ ਜੋ ਵਿਭਾਵਾਂ ਨਾਲ ਹੋਂਦ ਵਿੱਚ ਆਉਂਦਾ ਹੈ ਤੇ ਅਨੁਭਾਵਾਂ ਨਾਲ ਪ੍ਰਤੀਤ ਹੁੰਦਾ ਹੈ, ਭਾਵ ਕਾਵ ਅਰਥ। ਤੇ ਦੂਸਰਾ ਉਹਨਾਂ ਨੇ ਲਿਖਿਆ ਭਾਵ ਉਹ ਹੈ ਜੋ ਅਭਿਨੈ ਦੁਆਰਾ ਕਵੀ ਨਾਟਕਕਾਰ ਦੇ ਦਿਲੀ ਭਾਵਾਂ ਨੂੰ ਦਰਸ਼ਕਾਂ ਪਾਠਕਾਂ ਦੇ ਚਿੱਤ ਵਿੱਚ ਵਿਆਪਤ ਕਰਦਾ ਹੈ। ਅਰਥਾਤ ਕਵੀ ਦੇ ਭਾਵ ਨੂੰ ਦਰਸ਼ਕਾਂ ਦੇ ਚਿੱਤ ਵਿੱਚ ਵਿਆਪਤ ਕਰਨ ਵਾਲਾ ਤੱਤ ਜੋ ਹੈ ਉਹ ਭਾਵ ਹੈ। ਤੇ ਤੀਸਰਾ ਉਹਨਾਂ ਨੇ ਲਿਖਿਆ ਇਹ ਭਾਵ ਕਈ ਤਰ੍ਹਾਂ ਦੀ ਐਕਟਿੰਗ ਨਾਲ ਸੰਬੰਧਿਤ ਰਸਾਂ ਨੂੰ ਉਜਾਗਰ ਕਰਦੇ ਹਨ, ਇਸ ਲਈ ਇਹਨਾਂ ਨੂੰ ਭਾਵ ਕਿਹਾ ਜਾਂਦਾ ਹੈ। ਸਮੁੱਚੇ ਤੌਰ ਤੇ ਇਹ ਕਿਹਾ ਜਾਂਦਾ ਹੈ ਵੀ ਜੋ ਰਸਾਂ ਨੂੰ ਭਾਵਿਤ ਕਰਦੇ ਹਨ ਉਹਨਾਂ ਨੂੰ ਭਾਵ ਕਿਹਾ ਜਾਂਦਾ ਹੈ। ਤੇ ਭਾਵਾਂ ਬਾਰੇ ਜਿਹੜੀ ਗੱਲ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਵੀ ਰਸਿਕ ਜਾਂ ਸੁਹਿਰਦ ਬੰਦਿਆਂ ਦੇ ਦਿਲਾਂ ਵਿੱਚ ਭਾਵ ਸਦਾ ਹੀ ਵਾਸਾ ਕਰਦੇ ਰਹਿੰਦੇ ਹਨ, ਤੇ ਜੋ ਸੁਹਿਰਦ ਹਨ ਜਾਂ ਰਸਿਕ ਹਨ ਉਹੀ ਇਹਨਾਂ ਦਾ ਸਾਹਿਤ ਦੇ ਵਿੱਚ ਰਸ ਰੂਪ ਦੇ ਵਿੱਚ ਆਨੰਦ ਮਾਣ ਸਕਦੇ ਹਨ। ਇਹ ਭਾਵ ਹਮੇਸ਼ਾ ਸਾਡੇ ਅਵਚੇਤਨ ਮਨ 'ਚ ਲੁਕੇ ਹੁੰਦੇ ਹਨ। ਜਦੋਂ ਅਸੀਂ ਕਾਵਿ ਜਾਂ ਨਾਟਕ 'ਚ ਇਹਨਾਂ ਭਾਵਾਂ ਦਾ ਜ਼ਿਕਰ ਪੜ੍ਹਦੇ, ਸੁਣਦੇ ਜਾਂ ਦੇਖਦੇ ਹਾਂ ਤਾਂ ਇਹ ਭਾਵ ਬਾਹਰ ਨਿਕਲ ਆਉਂਦੇ ਹਨ। ਤੇ ਸਥਾਈ ਭਾਵਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਵੀ ਹਨ। ਸਥਾਈ ਭਾਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਹੋਰ ਭਾਵਾਂ ਨੂੰ ਆਪਣੇ ਵਿੱਚ ਲੀਨ ਕਰ ਲੈਂਦੇ ਹਨ। ਹੋਰ ਭਾਵਾਂ ਨੂੰ ਭਾਵ ਹੈ ਸੰਚਾਰੀ ਭਾਵ ਜਾਂ ਵਿਵਚਾਰੀ ਭਾਵ ਆਦਿ ਨੂੰ, ਜਿਵੇਂ ਚਿੰਤਾ, ਸ਼ੰਕਾ ਆਦਿ ਜੋ ਸੰਚਾਰੀ ਭਾਵ ਨੇ ਇਹ ਆਪਣੇ ਵਿੱਚ ਉਹਨਾਂ ਨੂੰ ਸਮਾ ਲੈਂਦੇ ਹਨ। ਦੂਸਰਾ ਇਹ ਹੈ ਵੀ ਸੋਹਜ ਸਵਾਦ ਹੈ ਜਾਂ ਲਿਟਰੇਰੀ ਅਸਥੈਟਿਕਸ ਜਾਂ ਇੰਜੋਏਮੈਂਟ ਜੋ ਹੈ, ਇਹ ਸੋਹਜ ਸਵਾਦ ਦੀ ਮੂਲ ਜੜ ਭਾਵ ਹੁੰਦੇ ਹਨ। ਜੇ ਕੋਈ ਨਿਰਭਾਵ ਬੰਦਾ, ਵੈਸੇ ਇਸ ਤਰ੍ਹਾਂ ਹੁੰਦਾ ਨਹੀਂ, ਤਾਂ ਉਹ ਸਾਹਿਤ ਦਾ ਜਿਹੜਾ ਸਵਾਦ ਹੈ ਜਾਂ ਆਨੰਦ ਹੈ ਨਹੀਂ ਮਾਣ ਸਕਦਾ। ਇਹ ਪਹਿਲੀ ਸ਼ਰਤ ਹੈ ਵੀ ਸੋਹਜ ਸਵਾਦ ਦੀ ਜਿਹੜੀ ਮੂਲ ਜੜ ਹੈ ਉਹ ਸਾਡੇ ਭਾਵ ਹੁੰਦੇ ਹਨ। ਜੇ ਤੁਹਾਡੇ ਵਿੱਚ ਪ੍ਰੇਮ ਦਾ ਭਾਵ ਹੈ ਤਾਂ ਹੀ ਤੁਸੀਂ ਪ੍ਰੇਮ ਕਹਾਣੀਮਈ ਜੋ ਕਵਿਤਾ ਜਾਂ ਨਾਟਕ ਹੈ ਉਹਦਾ ਆਨੰਦ ਮਾਣ ਸਕਦੇ ਹੋ, ਅਦਰਵਾਈਜ਼ ਨਹੀਂ। ਤੀਸਰਾ, ਇਹ ਸਥਾਈ ਭਾਵ ਵਿਭਾਵ, ਅਨੁਭਾਵ, ਸੰਚਾਰੀ ਭਾਵਾਂ ਨਾਲ ਪ੍ਰਗਟ ਹੋ ਕੇ ਰਸ ਰੂਪ ਵਿੱਚ ਬਦਲ ਜਾਂਦੇ ਹਨ। ਤੇ ਇਹਨੂੰ ਇੱਕ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਉਰੀਆਂ ਨੇ ਬੜੀ ਸੋਹਣੀ ਉਦਾਹਰਨ ਦੇ ਕੇ ਸਮਝਾਇਆ ਕਿ ਜਿਵੇਂ ਜਾਗ ਲੱਗਣ ਦੇ ਨਾਲ ਦੁੱਧ ਦਾ ਜੋ ਹੈ ਦਹੀਂ ਬਣ ਜਾਂਦਾ ਹੈ, ਇਸੇ ਤਰ੍ਹਾਂ ਜਿਹੜੇ ਸੰਚਾਰੀ ਭਾਵ ਨੇ ਉਹਨਾਂ ਦੇ ਨਾਲ ਮਿਲ ਕੇ ਸਥਾਈ ਭਾਵ ਹੈ ਜੋ ਰਸ ਦੇ ਵਿੱਚ ਤਬਦੀਲ ਹੋ ਜਾਂਦੇ ਹਨ। ਸਥਾਈ ਭਾਵਾਂ ਦਾ ਹੀ ਸਧਾਰਨੀਕਰਨ ਸੰਭਵ ਹੈ। ਸਧਾਰਨੀਕਰਨ ਇੱਕ ਅਲੱਗ ਵਿਸ਼ਾ ਹੈ ਜਿਸ ਬਾਰੇ ਆਪਾਂ ਗੱਲ ਬਾਅਦ ਚ ਕਰਾਂਗੇ, ਪਰ ਫਿਲਹਾਲ ਇੰਨੀ ਕੁ ਗੱਲ ਕਰ ਸਕਦੇ ਹਾਂ ਕਿ ਜੇਕਰ ਕਿਸੇ ਸਾਹਿਤ ਨੂੰ ਪੜ੍ਹਦਿਆਂ, ਸੁਣਦਿਆਂ, ਦੇਖਦਿਆਂ ਤੁਸੀਂ ਉਸ ਨਾਲ ਇੱਕਮਿਕ ਹੋ ਜਾਂਦੇ ਹੋ, ਭਾਵ ਨਾਇਕ ਨਾਇਕਾ ਜਾਂ ਪਾਤਰਾਂ ਦੇ ਹੱਸਣ ਨਾਲ ਹੱਸਦੇ ਹੋ ਤੇ ਉਹਨਾਂ ਦੇ ਦੁਖੀ ਹੋਣ ਨਾਲ ਦੁੱਖ ਮਹਿਸੂਸ ਕਰਦੇ ਹੋ, ਜਾਂ ਤੁਸੀਂ ਉਸ ਅਨੁਭਵ ਨੂੰ ਪ੍ਰਾਪਤ ਕਰ ਲੈਂਦੇ ਹੋ ਜੋ ਕਿ ਨਾਟਕਕਾਰ ਜਾਂ ਕਵੀ ਨੇ ਉਸ ਰਚਨਾ ਨੂੰ ਲਿਖਣ ਵੇਲੇ ਮਹਿਸੂਸ ਕੀਤਾ ਸੀ, ਤਾਂ ਇਹਦਾ ਸਿੱਧਾ ਜਿਹਾ ਅਰਥ ਹੈ ਕਿ ਤੁਹਾਡਾ ਸਧਾਰਨੀਕਰਨ ਹੋ ਗਿਆ।
ਚੌਥਾ ਜੋ ਭਾਵ ਸੀ ਵੀ ਸਥਾਈ ਭਾਵਾਂ ਦਾ ਹੀ ਸਧਾਰਨੀਕਰਨ ਸੰਭਵ ਹੈ, ਕਿਉਂਕਿ ਹਰੇਕ ਵਿਅਕਤੀ 'ਚ ਹਰ ਸਮੇਂ ਮੌਜੂਦ ਰਹਿੰਦੇ ਹਨ। ਜੋ ਸਥਾਈ ਭਾਵ ਨੇ, ਸਧਾਰਨੀਕਰਨ ਤੋਂ ਭਾਵ ਹੈ ਵੀ ਜੇ ਪ੍ਰੇਮ ਦਾ ਭਾਵ ਤੁਹਾਡੇ 'ਚ ਹੈ ਤੇ ਪ੍ਰੇਮ ਦਾ ਭਾਵ ਲੇਖਕ ਦੇ ਵਿੱਚ ਹੈ, ਤਾਂ ਉਹ ਜੋ ਉਸਨੇ ਮਹਿਸੂਸ ਕੀਤਾ ਸੀ ਤਾਂ ਹੀ ਤੁਸੀਂ ਮਹਿਸੂਸ ਕਰ ਸਕਦੇ ਹੋ। ਸੰਚਾਰੀ ਭਾਵਾਂ ਦਾ ਸਧਾਰਨੀਕਰਨ ਸੰਭਵ ਨਹੀਂ ਹੈ। ਅੱਗੇ ਕੁਝ ਸਥਾਈ ਭਾਵਾਂ ਦੀਆਂ ਕਸੌਟੀਆਂ ਵੀ ਹਨ। ਕਸੌਟੀਆਂ ਤੋਂ ਭਾਵ ਹੈ ਵੀ ਇਹਨਾਂ ਦੇ ਵਿੱਚ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਵੀ ਇਹ ਸਥਾਈ ਭਾਵ ਨੇ। ਡਾਕਟਰ ਪ੍ਰੇਮ ਪ੍ਰਕਾਸ਼ ਧਾਲੀਵਾਲ ਹੋਰੀਆਂ ਨੇ ਪੰਡਿਤ ਰਾਮ ਦਹਿਨ ਮਿਸ਼ਰ ਨੂੰ ਇੱਥੇ ਉਦਰਤ ਕੀਤਾ ਤੇ ਜਿਨ੍ਹਾਂ ਨੇ ਸਥਾਈ ਭਾਵਾਂ ਦੀਆਂ 6 ਕਸੌਟੀਆਂ ਦੱਸੀਆਂ ਹਨ। ਤੇ ਪਹਿਲੀ ਹੈ ਸਵਾਦ ਯੋਗਤਾ। ਭਾਵ ਇਸਦਾ ਇਹ ਹੈ ਕਿ ਦਰਸ਼ਕ ਸਥਾਈ ਭਾਵਾਂ ਤੋਂ ਸਵਾਦ ਲੈਂਦੇ ਤੇ ਆਨੰਦ ਮਾਣਦੇ ਹਨ। ਤੇ ਦੂਸਰੀ ਹੈ ਪ੍ਰਬਲਤਾ। ਸਥਾਈ ਭਾਵ ਹੀ ਪ੍ਰਬਲ ਹੋ ਕੇ ਤੀਬਰ ਹੋ ਕੇ ਮਨ ਨੂੰ ਪ੍ਰਭਾਵਿਤ ਕਰਦੇ ਹਨ। ਤੇ ਤੀਸਰੀ ਧਾਰਮਿਕ ਦ੍ਰਿਸ਼ਟੀਕੋਣ ਤੋਂ ਜੋ ਕਸੌਟੀ ਹੈ ਉਹ ਹੈ 4 ਪਦਾਰਥਾਂ ਲਈ ਸਹਾਈ। ਭਾਰਤ ਦੇ ਵਿੱਚ 4 ਪੁਰਸ਼ਾਰਥ ਮੰਨੇ ਗਏ ਹਨ: ਧਰਮ, ਅਰਥ, ਕਾਮ, ਮੋਕਸ਼। ਤੇ ਇਹਨਾਂ ਦੇ ਵਿੱਚ ਸਥਾਈ ਭਾਵ ਸਹਾਈ ਹੁੰਦੇ ਹਨ ਇਹਨਾਂ ਦੀ ਪ੍ਰਾਪਤੀ ਦੇ। ਚੌਥੀ ਹੈ ਸਮੂਹਕ ਅਪੀਲ। ਸਮੂਹਕ ਅਪੀਲ ਦਾ ਭਾਵ ਹੈ ਵੀ ਸਥਾਈ ਭਾਵਾਂ ਤੋਂ ਪੈਦਾ ਹੋਇਆ ਕਾਵ ਆਨੰਦ ਜੋ ਹੈ ਸਰਬ ਸਾਂਝਾ ਹੁੰਦਾ ਹੈ। ਤੇ ਇਸੇ ਤਰ੍ਹਾਂ ਵਿਸ਼ੇ ਦਾ ਢੁਕਵਾਂਪਣ ਤੇ ਮਨੋਰੰਜਨ ਦੀ ਬੌਲਤਾ ਸਥਾਈ ਭਾਵਾਂ ਦੀਆਂ ਹੋਰ ਕਸੌਟੀਆਂ ਨੇ ਜੋ ਕਿ ਹੋਣੀਆਂ ਚਾਹੀਦੀਆਂ ਨੇ। ਅੱਗੇ ਜੋ ਮਹੱਤਵਪੂਰਨ ਗੱਲ ਹੈ ਉਹ ਹੈ ਸਥਾਈ ਭਾਵਾਂ ਦੀ ਗਿਣਤੀ, ਕਿ ਕਿੰਨੇ ਸਥਾਈ ਭਾਵ ਹਨ। ਤੇ ਸਭ ਤੋਂ ਪਹਿਲਾਂ ਇਸ ਬਾਰੇ ਜੋ ਵਿਚਾਰ ਸਾਡੇ ਕੋਲੇ ਆਉਂਦੇ ਹਨ ਉਹ ਭਰਤ ਮੁਨੀ ਦੇ ਨੇ। ਭਰਤ ਮੁਨੀ ਨੇ ਸਥਾਈ ਭਾਵ 8 ਮੰਨੇ ਹਨ, ਪਰ ਉਸ ਤੋਂ ਪਿੱਛੋਂ ਆਉਣ ਵਾਲੇ ਜੋ ਆਚਾਰੀਆ ਹਨ ਉਹਨਾਂ ਨੇ ਕੁਝ ਨੇ 10 ਤੇ ਕਈਆਂ ਨੇ 11 ਤੱਕ ਵੀ ਸਥਾਈ ਭਾਵ ਗਿਣੇ ਹਨ। ਮੁੱਖ ਤੌਰ ਤੇ ਜੋ ਸਥਾਈ ਭਾਵ ਹਨ ਜਾਂ ਪਰਮਾਨੈਂਟ ਮੂਡ ਹਨ ਜੋ ਹਮੇਸ਼ਾ ਸਾਡੇ ਅੰਦਰ ਬਸੇ ਹੁੰਦੇ ਹਨ, ਇਹਨਾਂ ਦੇ ਵਿੱਚ ਰਤੀ, ਹਾਸ, ਸ਼ੋਕ, ਕ੍ਰੋਧ, ਉਤਸ਼ਾਹ, ਭੈ, ਘ੍ਰਿਣਾ, ਅਸਚਰਜ, ਵਤਸਲਤਾ ਆਦਿ ਜਿਹੜੇ ਭਾਵ ਨੇ। ਸਭ ਤੋਂ ਪਹਿਲਾਂ ਜੋ ਸਥਾਈ ਭਾਵ ਹੈ ਉਸਨੂੰ ਰਤੀ ਕਿਹਾ ਜਾਂਦਾ, ਜਿਹਨੂੰ ਪਿਆਰ ਜਾਂ ਇਸ਼ਕ ਦਾ ਨਾਮ ਵੀ ਦਿੱਤਾ ਜਾ ਸਕਦਾ। ਤੇ ਕਿਸੇ ਮਨ ਚਾਹੇ ਵਿਸ਼ੇ ਵੱਲ ਜਾਂ ਮਨ ਚਾਹੇ ਪਿਆਰੇ ਵੱਲ ਜੋ ਝੁਕਾਅ ਹੈ ਉਸਨੂੰ ਰਤੀ ਕਿਹਾ ਜਾਂਦਾ। ਪ੍ਰੀਤ, ਪਿਆਰ, ਅਨੁਰਾਗ ਇਸ ਦੇ ਹੋਰ ਨਾਮ ਨੇ। ਦੂਸਰਾ ਜੋ ਸਥਾਈ ਭਾਵ ਹੈ ਉਸਨੂੰ ਹਾਸ ਕਿਹਾ ਜਾਂਦਾ। ਤੇ ਹਾਸ ਕਿਸੇ ਵਿਅੰਗ ਭਰੇ ਬੋਲਾਂ ਦੇ ਵਿੱਚੋਂ ਵੀ ਪੈਦਾ ਹੋ ਸਕਦਾ, ਕਿਸੇ ਅਣਮੇਲ ਸ਼ਕਲ ਸੂਰਤ ਨੂੰ ਦੇਖ ਕੇ ਵੀ ਪੈਦਾ ਹੋ ਸਕਦਾ, ਕਿਸੇ ਉਹ ਘਟਨਾ ਨੂੰ ਜੋ ਸਧਾਰਨ ਨਾ ਹੋਵੇ ਦੇਖ ਕੇ ਹੀ ਪੈਦਾ ਹੋ ਸਕਦਾ। ਤੇ ਪਾਠਕ ਦਰਸ਼ਕ ਦੇ ਮਨ ਦੇ ਵਿੱਚ ਜੋ ਮਾਨਸਿਕ ਹੁਲਾਰਾ ਪੈਦਾ ਹੁੰਦਾ ਉਹ ਹਾਸ ਹੈ। ਸ਼ੋਕ ਸਥਾਈ ਭਾਵ ਉਹ ਹੈ ਜੋ ਪਿਆਰੀ ਵਸਤੂ ਦੇ ਵਿਛੋੜੇ ਨਾਲ ਚਿੱਤ ਵਿੱਚ ਪੈਦਾ ਹੁੰਦਾ। ਚੌਥਾ ਸਥਾਈ ਭਾਵ ਕ੍ਰੋਧ ਹੈ ਜੋ ਜੁਰਮ, ਅਪਮਾਨ, ਅਨਿਆਏ ਆਦਿ ਤੋਂ ਪੈਦਾ ਹੁੰਦਾ। ਪੰਜਵਾਂ ਉਤਸ਼ਾਹ ਹੈ, ਕੰਮ ਕਰਨ ਦਾ ਸ਼ੌਕ, ਬਹਾਦਰੀ ਵਿਖਾਉਣ ਦੀ ਪ੍ਰਬਲ ਰੀਤ ਨੂੰ ਉਤਸ਼ਾਹ ਕਿਹਾ ਜਾਂਦਾ ਹੈ। ਤੇ ਛੇਵਾਂ ਭੈ ਹੈ, ਹਿੰਸਕ ਘਾਤਕ ਜੀਵਾਂ ਦੇ ਵੇਖਣ ਤੋਂ ਜਾਂ ਪਾਪ, ਜੁਰਮ ਤੇ ਦੁਸ਼ਮਣੀ, ਵਿਰੋਧ ਆਦਿ ਤੋਂ ਪੈਦਾ ਹੋਈ ਮਨ ਦੀ ਬੇਚੈਨੀ ਦੀ ਵਿਆਕੁਲਤਾ ਵੀ ਭੈ ਹੈ। ਚੌਥਾ ਘਿਰਣਾ ਹੈ, ਜਿਸਨੂੰ ਸੂਗ ਜਾਂ ਜੁਗਪਸਾ ਵੀ ਕਿਹਾ ਜਾਂਦਾ ਹੈ। ਸੂਗ ਭਰੀਆਂ ਵਸਤੂਆਂ ਨੂੰ ਵੇਖਣ ਤੋਂ ਮਨ ਆਦਿ ਇੰਦਰੀਆਂ ਦਾ ਜੋ ਸੰਕੋਚ ਹੈ ਉਹ ਘਿਰਣਾ ਜਾਂ ਸੂਗ ਹੈ। ਇਸ ਤੋਂ ਬਾਅਦ ਅਸਚਰਜ ਹੈ। ਅਸਚਰਜ ਕਿਸੇ ਇਸ ਤਰ੍ਹਾਂ ਦੀ ਘਟਨਾ ਨੂੰ ਦੇਖਣ ਤੋਂ ਬਾਅਦ ਪੈਦਾ ਹੁੰਦਾ ਜੋ ਕਿ ਅਣਦੇਖੀ ਜਾਂ ਵੇਖਣ ਸੁਣਨ ਦੇ ਵਿੱਚ ਅਨੋਖੀ ਹੋਵੇ। ਨੌਵਾਂ ਸਥਾਈ ਭਾਵ ਵਤਸਲਤਾ ਨੂੰ ਮੰਨਿਆ ਜਾਂਦਾ। ਤੇ ਵਤਸਲਤਾ ਵੀ ਇੱਕ ਪਿਆਰ ਦਾ ਜਾਂ ਪ੍ਰੇਮ ਦਾ ਸਰੂਪ ਹੀ ਹੈ, ਪਰ ਇਹ ਪਿਆਰ ਮਾਪਿਆਂ ਦਾ ਜੋ ਧੀਆਂ ਪੁੱਤਰਾਂ ਲਈ ਪਿਆਰ ਹੈ ਉਸਨੂੰ ਵਤਸਲਤਾ ਭਾਵ ਕਿਹਾ ਜਾਂਦਾ। ਇਸ ਤੋਂ ਬਾਅਦ ਜੋ ਸਥਾਈ ਭਾਵ ਹੈ ਉਸਨੂੰ ਨਿਰਵੇਦ ਕਿਹਾ ਜਾਂਦਾ। ਨਿਰਵੇਦ ਦਾ ਭਾਵ ਹੈ ਦੁਨਿਆਵੀ ਪ੍ਰਪੰਚਾਂ ਤੋਂ ਉਪਰਾਮਤਾ ਜਾਂ ਵਿਰਾਗ, ਮਤਲਬ ਦੁਨਿਆਵੀ ਕੰਮਾਂ ਕਾਰਾਂ ਜਾਂ ਦੁਨਿਆਵੀ ਪ੍ਰਪੰਚਾਂ ਤੋਂ ਮਨ ਦੇ ਵਿੱਚ ਜੋ ਵਿਰਾਗ ਪੈਦਾ ਹੋ ਜਾਂਦਾ ਉਸਨੂੰ ਨਿਰਵੇਦ ਕਿਹਾ ਜਾਂਦਾ। ਇਸ ਤੋਂ ਬਿਨਾਂ
11ਵਾਂ ਜੋ ਸਥਾਈ ਭਾਵ ਆਚਾਰੀਆਂ ਨੇ ਦੱਸਿਆ ਉਹ ਭਗਤੀ ਹੈ। ਪ੍ਰਮਾਤਮਾ ਦੇ ਪ੍ਰਤੀ ਜੋ ਗੂੜਾ ਅਨੁਰਾਗ ਜਾਂ ਪ੍ਰੀਤ ਹੈ ਉਹ ਭਗਤੀ ਭਾਵ ਹੈ। ਭਾਵੇਂ ਕਿ ਬਾਅਦ ਦੇ ਆਚਾਰੀਆਂ ਨੇ ਇਹਨਾਂ ਦੀ ਗਿਣਤੀ 11 ਤੱਕ ਕੀਤੀ, ਪਰ ਭਰਤ ਮੁਨੀ ਨੇ ਪਹਿਲੇ 8 ਭਾਵਾਂ ਨੂੰ ਹੀ ਸਥਾਈ ਭਾਵ ਮੰਨਿਆ ਹੈ। ਪਿਆਰੇ ਵਿਦਿਆਰਥੀਓ, ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਰਤ ਮੁਨੀ ਦੇ ਸੂਤਰ ਵਿਭਾਵ, ਅਨੁਭਾਵ, ਵਿਵਚਾਰੀ, ਸੰਜੋਗ ਆਦਿ ਰਸ ਨਿਸ਼ਪਤੀ ਵਿੱਚ ਰਸ ਦੇ ਲੱਛਣਾਂ ਤੇ ਰਸ ਦੇ ਸਰੂਪ ਬਾਰੇ ਮੁੱਢਲੀ ਜਾਣਕਾਰੀ ਮਿਲਦੀ ਹੈ। ਇੱਕ ਤੇ ਜੋ ਆਪਾਂ ਨੇ ਗੱਲ ਸਿੱਖੀ ਹੈ ਕਿ ਰਸ ਕਾਵਿ ਜਾਂ ਨਾਟਕ ਦੇ ਜੋ ਸਵਾਦ ਹੈ ਉਸ ਦਾ ਨਾਮ ਰਸ ਹੈ। ਵੀ ਕਾਵਿ ਜਾਂ ਨਾਟਕ ਪੜ੍ਹਨ ਤੋਂ ਬਾਅਦ ਜੋ ਆਨੰਦ ਸਾਨੂੰ ਮਿਲਦਾ ਉਹ ਰਸ ਹੈ। ਤੇ ਦੂਸਰਾ ਰਸ ਸਥੂਲ ਤੇ ਸੂਖਮ ਭਾਵਾਂ ਦਾ ਸਵਾਦਾਤਮਕ ਫਲ ਹੈ। ਤੇ ਰਸ ਬਾਰੇ ਜੋ ਤੀਸਰੀ ਗੱਲ ਹੈ ਵਿਭਾਵ, ਅਨੁਭਾਵ, ਵਿਵਚਾਰੀ, ਭਾਵ ਰਸ ਵਿਭਾਵ, ਅਨੁਭਾਵ ਤੇ ਵਿਵਚਾਰੀ ਆਦਿ ਸਾਰੇ ਭਾਵਾਂ ਦਾ ਸੰਯੋਗ ਦਾ ਸਿੱਟਾ ਹੈ। ਮਤਲਬ ਸਾਰੇ ਭਾਵ ਮਿਲ ਕੇ ਹੀ ਰਸ ਪੈਦਾ ਕਰਦੇ ਹਨ। ਕਿਸੇ ਇਕੱਲੇ ਗਹਿਰੇ ਭਾਵ ਦੇ ਨਾਲ ਰਸ ਪੈਦਾ ਨਹੀਂ ਹੁੰਦਾ। ਤੇ ਚੌਥੀ ਜੋ ਗੱਲ ਸੀ ਵੀ ਰਸ ਜੋ ਹੈ ਉਸਦੀ ਮੂਲ ਜੜ ਹੈ ਜੋ ਉਹ ਸਥਾਈ ਭਾਵ ਨੇ। ਭਾਵ ਜਿਹੜਾ ਵੀ ਸਥਾਈ ਭਾਵ ਸਾਡੇ ਵਿੱਚ ਵਧੇਰੇ ਪ੍ਰਬਲ ਹੈ ਤਾਂ ਅਸੀਂ ਸਾਹਿਤ ਦੇ ਵਿੱਚ ਉਸੇ ਰਸ ਨੂੰ ਵੱਧ ਮਾਣ ਸਕਦੇ ਹਾਂ। ਤੇ ਰਸ ਦੀ ਸਥਿਤੀ ਜੋ ਹੈ ਨਿਰੰਤਰ ਤੇ ਇੱਕ ਰਸ ਨਹੀਂ ਹੁੰਦੀ, ਕਿਉਂਕਿ ਰਸ ਦੀ ਹੋਂਦ ਅਨੁਕੂਲ ਭਾਵਾਂ ਦੀ ਹੋਂਦ ਤੇ ਨਿਰਭਰ ਹੈ। ਭਾਵ ਜੋ ਵੀ ਭਾਵ ਅਸੀਂ ਮਹਿਸੂਸ ਕਰਦੇ ਹਾਂ ਵੱਧ ਘੱਟ ਰੂਪ ਦੇ ਵਿੱਚ, ਉਸ ਤਰ੍ਹਾਂ ਹੀ ਸਾਨੂੰ ਰਸ ਦੀ ਅਨੁਭੂਤੀ ਹੈ ਜਾਂ ਰਸ ਦਾ ਅਨੁਭਵ ਹੈ ਜਿਹੜਾ ਹੁੰਦਾ। ਇਸ ਤਰ੍ਹਾਂ ਰਸ ਬਾਰੇ ਅਸੀਂ ਜਾਣਿਆ। ਰਸ ਦੇ ਸਰੂਪ ਤੇ ਰਸ ਦੇ ਭੇਦ ਤੇ ਰਸ ਨਾਲ ਜੁੜੇ ਹੋਰ ਮਹੱਤਵਪੂਰਨ ਸੰਕਲਪਾਂ ਬਾਰੇ ਅਸੀਂ ਅਗਲੇ ਲੈਕਚਰ ਦੇ ਵਿੱਚ ਜਾਣਾਂਗੇ। ਰਸ ਸਿਧਾਂਤ ਕਿਉਂਕਿ ਮੂਲ ਰੂਪ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਹੈ ਤੇ ਹਿੰਦੀ ਦੇ ਵਿੱਚ ਇਸ ਨਾਲ ਸੰਬੰਧੀ ਕਾਫੀ ਆਲੋਚਕਾਂ ਨੇ ਆਧੁਨਿਕ ਯੁੱਗ ਦੇ ਵਿੱਚ ਵੀ ਵਿਆਖਿਆ ਦਿੱਤੀ ਹੈ, ਜਿਨ੍ਹਾਂ ਦੇ ਵਿੱਚੋਂ ਡਾਕਟਰ ਨਗੇਂਦਰ ਪ੍ਰਮੁੱਖ ਹਨ। ਤੇ ਪੰਜਾਬੀ ਦੇ ਵਿੱਚ ਰਸ ਸਿਧਾਂਤ ਦੇ ਉੱਤੇ ਕੰਮ ਕਰਨ ਵਾਲੇ ਵਿਦਵਾਨਾਂ ਦੇ ਵਿੱਚੋਂ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਢਾਲੀਵਾਲ ਤੇ ਹੁਣ ਡਾਕਟਰ ਸੁਖਦੇਵ ਸ਼ਰਮਾ ਜਾਂ ਡਾਕਟਰ ਗੁਰਸ਼ਰਨ ਕੌਰ ਜੱਗੀ ਜੋ ਹਨ ਮਹੱਤਵਪੂਰਨ ਹਨ। ਪੰਜਾਬੀ ਦੇ ਵਿੱਚ ਇਸ ਨਾਲ ਸੰਬੰਧਿਤ ਹੋਰ ਸਮੱਗਰੀ ਬੜੀ ਘੱਟ ਪ੍ਰਾਪਤ ਹੈ। ਇਸ ਕਰਕੇ ਇਹਨਾਂ ਗ੍ਰੰਥਾਂ ਨੂੰ ਆਧਾਰ ਬਣਾ ਕੇ ਹੀ ਅਸੀਂ ਰਸ ਬਾਰੇ ਵਿਚਾਰ ਚਰਚਾ ਕਰ ਸਕਦੇ ਹਾਂ। ਇਸ ਸਾਰੇ ਲੈਕਚਰ ਦੇ ਵਿੱਚ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਢਾਲੀਵਾਲ ਹੋਰਾਂ ਦੁਆਰਾ ਲਿਖਿਆ ਭਾਰਤੀ ਕਾਵਿ ਸ਼ਾਸਤਰ ਨੂੰ ਆਧਾਰ ਬਣਾਇਆ ਗਿਆ ਹੈ। ਰਸ ਬਾਰੇ, ਰਸ ਸਿਧਾਂਤ ਦੇ ਹੋਰ ਮਹੱਤਵਪੂਰਨ ਸੰਕਲਪਾਂ ਬਾਰੇ ਜਾਂ ਰਸ ਦੇ ਭੇਦਾਂ ਬਾਰੇ ਅਸੀਂ ਗੱਲ ਕਿਸੇ ਹੋਰ ਲੈਕਚਰ ਵਿੱਚ ਕਰਾਂਗੇ। ਧੰਨਵਾਦ।